दर्शन लगड़ा सा ओट गोबिंद गोपाल राय सेवा स्वामी बिख्या पोए ना सकई मिल साधो गुण गाओ जह ते उपजी तह मिले सच्ची प्रीत समाह कर गलीनी पार ब्रह्म बौड़ न विछड़िया बार जाओ लख बेरिया हर सज्जन अगम अगाव शरम पई नारायण नानक दर पैया ओख सुहंदा सर्ब सुख जिस बख्शे वे परवाह वाहिगुरु जी का खालसा वाहिगुरु जी की फतेह। परम सम्मान योग सत्कार योग गुरु सवारी गुरु प्यारी गुरु का खास रूप खालसा साध संगत जीओ। सतगुरां दी अत्यंत बख्शिश दी सदका सरबत माई भाई गुर सिख संगतां मिल जुल के ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰਾਂ ਦੀ ਅੰਮ੍ਰਿਤਮਈ ਗੁਰੂ ਬਾਣੀ ਪੜ੍ਹਦੇ ਸੁਣਦੇ ਦਰਸ਼ਨ ਦੇਦਾਰ ਕਰਦੇ ਹੋਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਪਵਿੱਤਰ ਸਥਾਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਦਾ ਆਨੰਦ ਮਾਣਦੇ ਹੋਏ ਆ ਰਹੇ। ਮਹਾਰਾਜ ਗਰੀਬ ਨਵਾਜ ਦਿਆਲੂ ਕਿਰਪਾਲੂ ਸਤਿਗੁਰੂ ਜੀ ਸਾਡੇ ਕਲਯੁਗੀ ਜੀਵਨ ਦਾ ਪਾਰ ਉਤਾਰਾ ਕਰਨ ਵਾਸਤੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਦੇ ਦੁਆਰਾ ਸਾਨੂੰ ਬਾਰ ਬਾਰ ਮਾਰਗ ਦਰਸਾਉਂਦੇ ਆ ਰਹੇ ਨੇ। ਇੱਕ ਓੰਕਾਰ ਤੋਂ ਲੈ ਕਰ 18 10 20 ਤੱਕ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿੰਨੀ ਆਲਾਹੀ ਗੁਰੂ ਬਾਣੀ ਹੈ ਸਾਰੀ ਦੀ ਸਾਰੀ ਮਨੁੱਖ ਮਾਤਰ ਨੂੰ ਸਮਝਾਉਣ ਵਾਸਤੇ ਇਹ ਪਸ਼ੂਆਂ ਵਾਸਤੇ ਨਹੀਂ, ਪੁਰਿੰਦਿਆਂ ਵਾਸਤੇ ਨਹੀਂ, ਪੰਛੀਆਂ ਵਾਸਤੇ ਨਹੀਂ। ਕਦੇ ਨਹੀਂ ਕਿਹਾ ਕਿਸੇ ਕੁੱਤੇ ਨੂੰ ਬਈ ਤੂੰ ਕੁੱਤਾ ਬਣ ਜਾ, ਕਦੇ ਨਹੀਂ ਕਿਹਾ ਬਈ ਗਧੇ ਨੂੰ ਤੂੰ ਗਧਾ ਬਣ ਜਾ, ਕਦੇ ਨਹੀਂ ਕਿਹਾ ਕਿਸੇ ਪੰਛੀਆਂ ਨੂੰ ਤੁਸੀਂ ਪੰਛੀ ਬਣ ਜਾਓ, ਤਾਂ ਹੈ ਨਹੀਂ। ਬਿਲਕੁਲ ਸਹੀ ਆਪਣੀ ਮਰਜ਼ਾਦਾ ਅਨੁਸਾਰ ਚੱਲ ਰਹੇ। ਜੇ ਗੁਰਬਾਣੀ ਨੇ ਕਿਹਾ ਤੇ ਮਨੁੱਖ ਨੂੰ ਕਿਹਾ ਤੂੰ ਮਨੁੱਖ ਬਣ ਜਾ, ਹੈ ਤਾਂ ਮਨੁੱਖੀ, ਤੂੰ ਇਨਸਾਨ ਬਣ, ਹੈਵਾਨ ਨਾ ਬਣ। ਭਗਵਾਨ ਦਾ ਮਾਰਗ ਚੁਣ, ਸ਼ੈਤਾਨ ਦਾ ਨਾ ਚੁਣ। ਇਹ ਮਨੁੱਖ ਦਾ ਤਨ ਮਨੁੱਖਾਂ ਵਾਲਾ ਹੈ, ਪਰ ਇਹਨੂੰ ਇਹ ਕਹਿਣਾ ਕਿਉਂ ਪਿਆ ਬਈ ਤੂੰ ਮਨੁੱਖ ਬਣ। ਕਿਸੇ ਬੰਦੇ ਨੂੰ ਆਪਾਂ ਇਹ ਗੱਲ ਕਹੀਏ ਯਾਰ ਤੂੰ ਬੰਦਾ ਬਣ ਜਾ, ਇਹੀ ਕਹੀਦਾ ਨਾ
ਬਈ ਤੂੰ ਬੰਦਾ ਬਣ ਜਾ। ਬਈ ਉਹਦੇ ਤੇ ਕੋਈ ਸ਼ੱਕ ਹੈ? ਬੰਦਾ ਨਹੀਂ। ਉਹਦੇ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ। ਜਿਹੜਾ ਕਹਿਣ ਵਾਲਾ ਉਹਦੀ ਤਰ੍ਹਾਂ ਦੋ ਲੱਤਾਂ, ਦੋ ਹੱਥ, ਦੋ ਅੱਖਾਂ, ਦੋ ਕੰਨ ਨੇ, ਦੋ ਨੱਕ ਨੇ, ਨਾਸਕਾਂ ਨੇ, ਇੱਕੋ ਸਿਰ, ਜ਼ੁਬਾਨ ਬੋਲਦੀ ਹੈ। ਫਿਰ ਵੀ ਉਹਨੂੰ ਕਹਿਣਾ ਪਿਆ ਬੰਦਾ ਬਣ ਜਾ। ਉਹਨੂੰ ਜੇ ਪੁੱਛ ਲਈਏ ਬਈ ਤੂੰ ਇਹਨੂੰ ਕਿਹਾ ਬੰਦਾ ਬਣ ਜਾ ਕਿਉਂ? ਇਹਦੇ ਤੇ ਕੋਈ ਸ਼ੱਕ ਹੈ? ਮਨੁੱਖਾਂ ਵਾਲਾ ਸਰੀਰ ਹੈ। ਉਹ ਕਹਿੰਦਾ ਨਹੀਂ, ਇਹਦੇ ਲੱਛਣ ਨਹੀਂ ਗੇ ਮਨੁੱਖਾਂ ਵਾਲੇ, ਇਹਦੀਆਂ ਆਦਤਾਂ ਨਹੀਂ ਮਨੁੱਖਾਂ ਵਾਲੀਆਂ, ਤਾਂ ਇਹਨੂੰ ਕਹਿਣਾ ਪਿਆ ਹੈ। ਤੇ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਆਪ ਨੇ ਵੀ ਉਹੀ ਗੱਲ ਕਹੀ ਹੈ ਕਿ ਤੂੰ ਬੰਦਾ ਬਣ। ਤੇ ਮਹਾਰਾਜ ਇਹਦੇ ਤੇ ਕੋਈ ਸ਼ੱਕ ਹੈ? ਮਹਾਰਾਜ ਕਹਿੰਦੇ ਹਾਂ। ਮਹਾਰਾਜ ਕੀ ਆ? ਤੇ ਉਹੀ ਗੱਲ ਸਾਹਿਬ ਨੇ ਕਹੀ ਹੈ, ਜੋ ਸਾਹਿਬ ਨੇ ਕਹੀ ਸੰਸਾਰ ਨੇ ਆਪਣੇ ਢੰਗ ਨਾਲ ਸਮਝੀ। ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਜਾਤੀ ਇਹਦੀ ਮਨੁੱਖਾਂ ਵਾਲੀ ਹੈ, ਸਰੀਰ ਇਹਦਾ ਮਨੁੱਖਾਂ ਵਾਲਾ ਹੈ, ਪਰ ਆਦਤਾਂ ਇਹਦੀਆਂ ਪਸ਼ੂਆਂ ਵਾਲੀਆਂ ਨੇ, ਪਸ਼ੂਆਂ ਵਾਲੀਆਂ। ਤੇ ਕੁਝ ਹੱਦ ਤੱਕ ਤਾਂ ਮਹਾਰਾਜ ਨੇ ਪਸ਼ੂ ਮਨੁੱਖ ਨਾਲੋਂ ਬਿਹਤਰ ਕਹਿ ਦਿੱਤੇ ਨੇ, ਚੰਗੇ ਕਹਿ ਦਿੱਤੇ। ਮਹਾਰਾਜ ਕੀ ਇਹਦੀਆਂ ਕਰਤੂਤਾਂ ਨੇ, ਇਹਨੂੰ ਥੋੜਾ ਜਿਹਾ ਧਿਆਨ ਨਾਲ ਸਮਝਣਾ। ਮਹਾਰਾਜ ਕਹਿੰਦੇ ਨੇ ਪਸ਼ੂਆਂ ਦੀ ਦੁਨੀਆ ਵਿੱਚ ਕੋਈ ਮਾਲਕ ਨਹੀਂ। ਜਿੰਨੇ ਸੰਗਲ ਪਕੜਿਆ, ਮਾੜਾ ਜਿਹਾ ਕੰਡ ਤੇ ਹੱਥ ਫੇਰਿਆ, ਉਹਦੇ ਮਗਰ ਤੁਰ ਪਿਆ। ਹਰੀ ਘਾਹ ਪਾ ਦਿੱਤੀ, ਉਹਨੂੰ ਮਾਲਕ ਮੰਨ ਲਿਆ, ਦੂਜਾ ਤਾਂ ਮੇਰਾ ਦੁਸ਼ਮਣ ਹੈ। ਤੇ ਜਿੰਨੇ ਮਾੜੀ ਜਿਹੀ ਦੀ ਹੈਲਪ ਕੀਤੀ, ਇਹਨੂੰ ਚੰਗਾ ਕਹਿ ਦਿੱਤਾ, ਭਾਵੇਂ ਆਤ ਦਾ ਗੰਦਾ ਹੋਵੇ, ਉਹਦੇ ਮਗਰ ਤੁਰ ਪੈਂਦਾ। ਬੰਦਾ ਆ ਇਹਦੀ ਗੱਲ ਸੁਣੋ, ਇਹਨੇ ਚੰਗੀ ਗੱਲ ਕਹੀ ਹੈ, ਇਹ ਮੈਨੂੰ ਸਿਆਣਾ ਲੱਗਦਾ ਹੈ, ਉਹਨੂੰ ਮਾਲਕ ਮੰਨ ਲੈਂਦਾ। ਪਤਾ ਨਹੀਂ ਇਹਨੇ ਕਿੰਨੇ ਕੁ ਮਾਲਕ ਬਣਾਏ ਹੋਏ ਨੇ। ਮਹਾਰਾਜ ਸਾਹਿਬ ਕਹਿੰਦੇ ਦੂਜੀ ਗੱਲ, ਪਸ਼ੂਆਂ ਦੀ ਦੁਨੀਆ ਵਿੱਚ ਰਿਸ਼ਤੇਦਾਰੀ ਕੋਈ ਨਹੀਂ ਗੇ, ਕੋਈ ਰਿਸ਼ਤਾ ਨਹੀਂ। ਉਹਨਾਂ ਦੀ ਭੈਣ ਕੋਈ ਨਹੀਂ, ਉਹਨਾਂ ਦੀ ਮਾਂ ਕੋਈ ਨਹੀਂ। ਜਿੰਨਾ ਚਿਰ ਦੁੱਧ ਲੈਂਦੇ ਨੇ ਮਾਂ ਦਾ, ਉਹਨਾਂ ਚਿਰ ਮਾਂ ਹੈ, ਉਦੋਂ ਬਾਅਦ ਕੋਈ ਮਾਂ ਨਹੀਂ, ਕੋਈ ਭੈਣ ਨਹੀਂ, ਕੋਈ ਭਾਈ ਨਹੀਂ। ਤੇ ਮਨੁੱਖ ਦੀਆਂ ਗੁਸਤਾਖੀ ਮਾਫ ਆਦਤਾਂ ਇਹੀ ਨੇ, ਇਹੀ ਆਦਤਾਂ ਹੋ ਗਈਆਂ ਨੇ। ਆ ਦੁਰਾਚਾਰ ਜਿਹੜਾ ਫੈਲਿਆ ਪਸ਼ੂਆਂ ਦਾ ਫੈਲਾਇਆ। ਆ ਅਖਬਾਰਾਂ ਵਿੱਚ ਸੁਰਖੀਆਂ ਜਿਹੜੀਆਂ ਪਸ਼ੂਆਂ ਦੀਆਂ ਲੱਗਦੀਆਂ ਨੇ, ਸੋਸ਼ਲ ਮੀਡੀਆ ਦੇ ਉੱਪਰ ਜਿੰਨੀਆਂ ਔਰ ਕਲਿੱਪ ਘੁੰਮ ਰਹੀਆਂ ਨੇ, ਸਾਰੀਆਂ ਪਸ਼ੂਆਂ ਦੀਆਂ ਹੀ ਘੁੰਮ ਰਹੀਆਂ ਨੇ। ਇਹ ਦੁਰਾਚਾਰ ਕਿਹਨੇ ਫੈਲਾਇਆ ਹੈ? ਮਨੁੱਖ ਨੇ। ਤੇ ਫਿਰ ਉਹਨੂੰ ਕੀ ਕਹਾਂਗੇ? ਉਹ ਪਸ਼ੂ ਨੂੰ ਵੀ ਅੱਗੇ ਲੰਘ ਗਿਆ। ਬਾਜ਼ਾਰ ਵਿੱਚ ਚਲੇ ਜਾਓ, ਆਪਣੇ ਭਦੌੜ ਦੇ ਬਾਜ਼ਾਰ 'ਚ ਚਲੇ ਜਾਓ, ਬਰਨਾਲੇ ਚਲੇ ਜਾਓ, ਭਾਵੇਂ ਪਟਿਆਲੇ ਚਲੇ ਜਾਓ, ਤੇ ਜਾ ਕੇ ਇੱਕੋ ਗੱਲ ਪੁੱਛ ਲਓ, ਆ ਇੰਨੇ ਜਿੰਦੇ ਲਾਏ ਨੇ, ਇੰਨੇ ਤਾਲੇ ਲਾਏ ਨੇ, ਇੰਨੇ ਪ੍ਰਬੰਧ ਕੀਤੇ ਨੇ, ਇਹ ਪਸ਼ੂਆਂ ਤੋਂ ਕੀਤੇ ਹੋਏ ਨੇ, ਪਸ਼ੂਆਂ ਤੋਂ ਨਹੀਂ। ਪਸ਼ੂ ਤੋਂ ਤਾਲਾ ਲਾਉਣ ਦੀ ਲੋੜ ਨਹੀਂ, ਇਹ ਮਨੁੱਖ ਤੋਂ ਲਾਏ ਨੇ। ਫਿਰ ਵੱਡਾ ਘਾਤਕ ਕੌਣ ਹੋਇਆ? ਪਸ਼ੂ ਲੜਦੇ ਨੇ, ਇੱਕ ਦੂਜੇ ਨੂੰ ਮਾਰਦੇ, ਦੂਜੇ ਨੂੰ ਕੁਛ ਨਹੀਂ, ਇੱਕ ਦੂਸਰੇ ਨੂੰ, ਤੀਸਰੇ ਨੂੰ ਕੁਝ ਨਹੀਂ ਕਹਿੰਦੇ। ਪਸ਼ੂ ਮਾਰੇਗਾ, ਇੱਕ ਨੂੰ ਮਾਰੇਗਾ, ਤੇ ਜਦ ਮਨੁੱਖ ਮਾਰੇਗਾ, ਇਹ ਪਤਾ ਨਹੀਂ ਕਿੰਨਿਆਂ ਕੁ ਨੂੰ ਮਾਰ ਦੇਵੇਗਾ। ਹਿਟਲਰ ਵਰਗੇ ਕਰੋੜਾਂ ਬੰਦੇ ਮਾਰ ਗਏ, ਉਹਨਾਂ ਕਰੋੜਾਂ ਬੰਦੇ ਮਾਰ ਦਿੱਤੇ। ਕਿ ਪਸ਼ੂ ਚੰਗਾ ਹੈ ਕਿ ਹਿਟਲਰ ਚੰਗਾ ਹੈ? ਜਿਨ੍ਹਾਂ ਦੀਆਂ ਕਰਤੂਤਾਂ ਇਹ ਨੇ ਉਹ ਪਸ਼ੂ ਨੇ। ਪਸ਼ੂ ਨੂੰ ਵੀ ਪਿੱਛੇ ਛੱਡ ਗਏ, ਮਾਤ ਦੇ ਗਏ ਨੇ। ਮਹਾਰਾਜ ਨੇ ਬਚਨ ਕਹੇ ਨੇ ਬਾਣੀ ਵਿੱਚ, ਪਸ਼ੂ ਮਿਲੈ ਚੰਗਿਆਈਆਂ
ਖੜ ਖਾਵੇ ਅੰਮ੍ਰਿਤ ਦੇ। ਕਹਿਣ ਲੱਗੇ ਦੇਖ ਮਨੁੱਖ ਪਸ਼ੂ ਚੰਗਾ ਹੈ। ਕਿਉਂ ਚੰਗਾ ਹੈ? ਜਿਹੜੇ ਮਾਲਕ ਦੇ ਕਿੱਲੇ ਤੇ ਬੱਝਾ ਹੈ ਨਾ, ਉਹ ਸਾਰੀ ਦਿਹਾੜੀ ਬੇਸ਼ੱਕ ਉਹਨੂੰ ਪਾਣੀ ਨਾ ਪਿਲਾਵੇ, ਹਰਿਆ ਪੱਠਾ ਨਾ ਪਾਵੇ, ਕਿਤੇ ਇੱਕ ਅੱਧੀ ਟੋਕਰੀ ਪਾ ਦੇਵੇ, ਔਰ ਬੇਸ਼ੱਕ ਹੁਣ ਸਰਦੀ ਦਾ ਸਮਾਂ ਨਾ, ਤੇ ਰਾਤ ਨੂੰ ਉਹਨੂੰ ਅੰਦਰ ਵੀ ਨਾ ਬੰਨੇ, ਬਾਹਰ ਹੀ ਹੋਵੇ। ਕਦੇ ਕਿਸੇ ਮੈਂਸ ਨੇ, ਕਿਸੇ ਗਾਂ ਨੇ, ਕਿਸੇ ਬੱਕਰੀ ਨੇ ਕਿਹਾ ਵੀ ਮੈਂ ਦੁੱਧ ਨਹੀਂ ਦੇਣਾ। ਰਾਤ ਨੂੰ ਉਹਨਾਂ ਦੇ ਥੱਲੇ ਚਿੱਕੜ ਹੋਵੇ, ਉਹਦੇ ਵਿੱਚ ਬੈਠੇ ਰਹਿਣ। ਤੇ ਕਦੇ ਤੜਕੇ ਨੂੰ ਕਿਸੇ ਮੱਝ ਨੇ, ਗਾਂ ਨੇ, ਬੱਕਰੀ ਨੇ ਰੌਲਾ ਪਾਇਆ, ਦੁਹਾਈ ਰੱਬ ਦੀ, ਚੁੱਕ ਬਾਲਟੀ ਆਪਦੀ ਲੈ ਜਾ, ਮੈਂ ਨਹੀਂ ਦੁੱਧ ਦੇਣਾ। ਕਦੇ ਨਹੀਂ ਨਾ ਕਿਹਾ। ਉਹ ਮਾਲਕ ਨੂੰ ਦੁੱਧ ਦਿੰਦੇ ਨੇ, ਮਾਲਕ ਨੂੰ ਦੁੱਧ ਅੰਮ੍ਰਿਤ ਦੇ ਦੁੱਧ ਦਿੰਦੇ ਆ। ਰੁੱਖਾ ਸੁੱਕਾ ਖਾ ਕੇ, ਸੁੱਕੇ ਗਿੱਲੇ ਬੈਠ ਕੇ, ਭੁੱਖ ਤ੍ਰੇਹ ਨੂੰ ਕੱਟ ਕੇ, ਤੇ ਮਾਲਕ ਨਾਲ ਵਫਾ ਕਰਦੇ ਨੇ, ਉਹਨੂੰ ਅੰਮ੍ਰਿਤ ਦੁੱਧ ਦਿੰਦੇ ਨੇ। ਉਹਨੇ ਰੁੱਖਾ ਸੁੱਕਾ ਖਾਧਾ, ਗਿੱਲੇ ਸੁੱਕੇ ਬੈਠਾ, ਤੇ ਮਨੁੱਖ ਦੇ ਕੋਲ ਕਿੰਨੇ ਅੱਜ ਬਿਸਤਰ ਨੇ। ਇਹ ਕਦੇ ਗਿੱਲੀ ਥਾਂ ਤੇ ਨਹੀਂ ਬੈਠਾ, ਕਦੇ ਇਹਨੇ ਰੁੱਖਾ ਸੁੱਖਾ ਨਹੀਂ ਖਾਧਾ। ਛੱਤੀ ਪ੍ਰਕਾਰ ਦੀਆਂ ਪੁਸ਼ਾਕਾਂ ਨੇ, ਛੱਤੀ ਪ੍ਰਕਾਰ ਦੇ ਭੋਜਨ ਨੇ, ਇਹਨਾਂ ਨਾ ਸ਼ੁਕਰ ਹੈ ਰੱਬ ਨੂੰ, ਫੇਰ ਵੀ ਯਾਦ ਨਹੀਂ ਕਰਦਾ। ਮਹਾਰਾਜ ਨੇ ਬਚਨ ਕੀਤੇ ਸੀ, ਜਿਹ ਪ੍ਰਸਾਦ ਛਤ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਉਸ ਮਾਲਕ ਨੂੰ ਰੱਖ ਮਨ ਦੇ ਅੰਦਰ ਵਿਚਾਰ, ਉਹਨੂੰ ਨਾ ਭੁੱਲ। ਮਹਾਰਾਜ ਕਹਿੰਦੇ ਪਸ਼ੂ ਤਾਂ ਚੰਗਾ ਹੈ, ਉਹ ਮਾਲਕ ਦਾ ਨਾਲ ਵਫਾ ਨਿਭਾਉਂਦਾ ਹੈ। ਤੂੰ ਮਾਲਕ ਦਾ ਖਾ ਪੀ ਕੇ, ਮਾਲਕ ਤੋਂ ਪਰਿਵਾਰ ਦੀ ਸੁਖ ਸ਼ਾਂਤੀ ਲੈ ਕੇ, ਕਾਰੋਬਾਰ ਦੀ ਸੁਖ ਸ਼ਾਂਤੀ ਲੈ ਕੇ, ਘਰ ਘਾਟ ਦੀ ਸੁਖ ਸ਼ਾਂਤੀ ਲੈ ਕੇ, ਇੰਨਾ ਨਾ ਸ਼ੁਕਰਾ ਤੇ ਬੇਵਫਾ ਹੈ। ਕਦੇ ਉਹਨਾਂ ਕੱਪੜਿਆਂ ਵਿੱਚ, ਉਹ ਖਾਦ ਖੁਰਾਕ ਵਿੱਚ, ਉਸ ਪਰਿਵਾਰ ਵਿੱਚ ਬੈਠ ਕੇ ਤੈਨੂੰ ਚੇਤੇ ਨਹੀਂ ਆਇਆ ਸਤਨਾਮ ਵਾਹਿਗੁਰੂ। ਤੇਰੇ ਨਾਲੋਂ ਚੰਗੇ ਨੇ ਪਸ਼ੂ, ਪਸ਼ੂ ਮਿਲਹਿ ਚੰਗਿਆਈਆਂ, ਖੜ ਖਾਵਹਿ ਅੰਮ੍ਰਿਤ ਦੇਹ। ਨਾਮ ਵਿਹੂਨੇ ਆਦਮੀ ਨਾਮ ਤੋਂ ਸਖਨੇ ਖਾਲੀ, ਤ੍ਰਿਗ ਜੀਵਨ ਕਰਮ ਕਰੇ। ਲਾਨਤ ਇਹਨਾਂ ਦੇ ਜੀਵਾਂ ਦੇ ਜੀਵਨ ਨੂੰ, ਜਿਹੜੇ ਨਾਮ ਤੋਂ ਬਿਨਾਂ ਕਰਮ ਕਰਦੇ, ਭਗਵਾਨ ਤੋਂ ਬਗੈਰ ਤੁਰੇ ਫਿਰਦੇ ਨੇ ਸੰਸਾਰ ਦੇ ਅੰਦਰ। ਮਹਾਰਾਜ ਕਹਿੰਦੇ ਲਾਨਤ ਹੈ ਇਹਨਾਂ ਦੇ ਜੀਵਨ। ਸੱਚੀ ਸਰਕਾਰ ਮਿਹਰ ਕਰਦੇ ਨੇ। ਗੁਰੂ ਬਾਣੀ ਮਨ ਨੂੰ ਸਮਝਾਉਣ ਵਾਸਤੇ, ਮਨੁੱਖ ਨੂੰ ਸਮਝਾਉਣ ਵਾਸਤੇ ਇਹਨੂੰ ਦੱਸਣਾ ਪਿਆ। ਪਸ਼ੂ ਨੂੰ ਦੱਸਣ ਦੀ ਲੋੜ ਨਹੀਂ। ਤੈਨੂੰ ਸਰੀਰ ਕਾਹਦੇ ਲਈ ਮਿਲਿਆ? ਬੈਲਾਂ ਨੇ ਹਲ ਜੋੜਨੇ ਆ, ਮੱਝਾਂ ਗਾਵਾਂ ਨੇ ਦੁੱਧ ਦੇਣਾ ਹੈ। ਰੁੱਖਾ ਸੁੱਖਾ ਖਾ ਕੇ ਮਨੁੱਖ ਨੂੰ ਦੱਸਣਾ ਪਿਆ ਹੈ। ਮਨੁੱਖ ਇਹ ਕਹਿੰਦਾ ਹੈ ਬਈ ਮੈਨੂੰ ਨਾਮ ਜਪਣ ਦਾ ਸਮਾਂ ਨਹੀਂ ਮੇਰੇ ਕੋਲ। ਬੱਚੇ ਨੇ, ਬੱਚੇ ਪਾਲੀਏ ਕਿ ਗੁਰਦੁਆਰੇ ਮੰਦਰ ਮਸਜਿਦ ਆ ਕੇ ਹਾਜ਼ਰੀਆਂ ਭਰੀਏ, ਇੱਥੇ ਮੱਥਾ ਟੇਕੀਏ, ਘਰ ਦੀਆਂ ਜ਼ਿੰਮੇਵਾਰੀਆਂ ਨਿਭਾਈਏ ਕਿ ਗੁਰਦੁਆਰੇ ਮੰਦਰ ਮਸਜਿਦ ਸਮਾਂ ਕੱਢੀਏ। ਇਹ ਨਹੀਂ ਕੰਮ ਹੁੰਦਾ। ਕਿ ਪੇਟ ਭਰੀਏ। ਹੁਣ ਪੇਟ ਪਸ਼ੂ ਵੀ ਭਰਦੇ ਨੇ ਤੇ ਸੌਂਦੇ ਪਸ਼ੂ ਵੀ ਨੇ, ਤੇ ਔਲਾਦ ਪਸ਼ੂਆਂ ਦੀ ਦੁਨੀਆ ਵਿੱਚ ਵੀ ਹੁੰਦੀ ਹੈ। ਬੱਚੇ ਉਹਨਾਂ ਦੇ ਵੀ ਹੁੰਦੇ, ਪੰਛੀਆਂ ਦੇ ਵੀ ਹੁੰਦੇ ਨੇ। ਵਿਦਵਾਨ ਸੱਜਣ ਲਿਖਦੇ ਨੇ, ਨਿੰਦਰਾ ਭੋਜਨ ਭੋਗ ਭੈ, ਇਹ ਪਥ ਪੁਰਖ ਸਮਾਨ। ਕਹਿਣ ਲੱਗੇ ਪਸ਼ੂ ਤੇ ਮਨੁੱਖ ਕੁਝ ਹੱਦ ਤੱਕ ਬਰਾਬਰ ਚਲੇ ਜਾਂਦੇ ਨੇ। ਪੇਟ ਹੀ ਪਸ਼ੂ ਭਰਦਾ ਹੈ, ਪੇਟ ਹੀ ਮਨੁੱਖ ਭਰਦਾ ਹੈ, ਉਹ ਵੱਖਰੀ ਬਾਤ ਹੈ। ਉਹ ਰੁੱਖਾ ਸੁੱਖਾ ਔਰ ਜਿਹੋ ਜਿਹਾ ਨੀਰਾ ਪੱਠਾ ਮਿਲਦਾ ਉਹਦੇ ਨਾਲ 36 ਪ੍ਰਕਾਰ ਦੇ ਪਦਾਰਥ ਹੈ। ਰਾਤ ਹੀ ਉਹ ਸੌਂ ਕੇ ਗੁਜ਼ਾਰਦਾ ਹੈ। ਉਹ ਗਿੱਲੀ ਸੁੱਕੀ ਜਗ੍ਹਾ ਤੇ ਬੈਠ ਜਾਂਦਾ ਹੈ
ਇਹ ਰਜਾਈਆਂ ਤੋਂ ਲਾਈਆਂ ਦਾ ਨਿੱਘ ਮਾਣ ਲੈਂਦਾ ਹੈ, ਪਰ ਸੌਣਾ ਤਾਂ ਬਰਾਬਰ ਹੈ ਨਾ। ਔਲਾਦ ਹੀ ਪਸ਼ੂਆਂ ਦੀ ਹੈ ਤੇ ਔਲਾਦ ਹੀ ਮਨੁੱਖਾਂ ਦੀ ਹੈ ਨਾ। ਹੁਣ ਇੱਥੋਂ ਤੱਕ ਇਹ ਬਰਾਬਰ ਨੇ। ਜੇ ਤਾਂ ਇੱਥੋਂ ਤੱਕ ਮਨੁੱਖ ਰਹਿ ਗਿਆ ਫਿਰ ਤਾਂ ਬਰਾਬਰ ਹੈ। ਮਹਾਰਾਜ ਫਿਰ ਵੱਡਾਪਨ ਮਨੁੱਖ ਵਿੱਚ ਕੀ ਹੈ? ਕਹਿੰਦੇ ਗਿਆਨ ਨਿਜ ਅਦਕਤਾ। ਵਿਦਵਾਨ ਮਹਾਂਪੁਰਸ਼ ਕਹਿੰਦੇ ਨੇ ਇਹਦੇ ਅੰਦਰ ਗਿਆਨ ਜੇ ਆਪੇ ਦਾ ਹੋ ਗਿਆ ਨਾ, ਮੈਂ ਕੀ ਹਾਂ, ਕਾਦੇ ਲਈ ਆਇਆ, ਸਰੀਰ ਕਾਦੇ ਲਈ ਮਿਲਿਆ, ਤੇ ਹੁਣ ਤੱਕ ਮੈਂ ਕੀ ਕੀਤਾ ਹੈ, ਮੇਰੇ ਨਾਲ ਕੀ ਜਾਣਾ ਹੈ। ਕਹਿੰਦੇ ਗਿਆਨ ਹੋ ਗਿਆ ਤੇ ਅਦਕਤਾ, ਉੱਚਾਪਨ, ਵੱਖਰਾਪਨ, ਪਸ਼ੂਆਂ ਨਾਲੋਂ ਅੱਗੇ ਨਿਕਲ ਗਿਆ। ਗਿਆਨ ਨਿਜ ਅਦਕਤਾ। ਜੇ ਗਿਆਨ ਨਹੀਂ, ਗਿਆਨ ਬਿਨਾ ਪਸ ਜਾਨ। ਜੇ ਗਿਆਨ ਨਹੀਂ ਤੇ ਫਿਰ ਪਸ਼ੂਆਂ ਦੀ ਕਤਾਰ ਵਿੱਚ ਹੋਵੇਗਾ, ਪਸ਼ੂ ਹੋਵੇਗਾ, ਪਸ਼ੂਆਂ ਦੀ ਦੁਨੀਆ ਵਿੱਚ ਚਲਾ ਜਾਏਗਾ। ਮਹਾਰਾਜ ਸਾਹਿਬ ਕਹਿੰਦੇ ਇਹਨੂੰ ਸਮਝਾਉਣਾ ਪਿਆ, ਦੱਸਣਾ ਪਿਆ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਮਨੁੱਖਾ ਸਰੀਰ ਜਿਹੜਾ ਤੈਨੂੰ ਸਜਣਾ ਮਿਲਿਆ ਹੈ ਨਾ, ਇਹ ਮਾਲਕ ਨੂੰ ਮਿਲਣ ਵਾਸਤੇ ਮਿਲਿਆ ਹੈ, ਨਾ ਖਾਣ ਵਾਸਤੇ, ਨਾ ਪਹਿਨਣ ਵਾਸਤੇ, ਨਾ ਇੱਥੋਂ ਦਾ ਐਸ਼ੋ ਇਸ਼ਰਤ ਆਰਾਮ ਵਾਸਤੇ। ਇਹ ਤੈਨੂੰ ਸਹੂਲਤਾਂ ਮਿਲੀਆਂ ਨੇ, ਇਹਨਾਂ ਨੂੰ ਪਾ ਕੇ ਮਾਲਕ ਵੱਲ ਆਪਣਾ ਪੈਂਡਾ ਰਸਤਾ ਤੈਅ ਕਰ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨੂੰ ਬਾਰ-ਬਾਰ ਸਮਝਾਉਣਾ ਚਾਹਿਆ। ਇਹਦੇ ਅੱਗੇ ਮਹਾਰਾਜ ਨੇ 4 ਪੈਰ ਰੱਖੇ। ਜਦੋਂ ਮਨ ਨਹੀਂ ਸਮਝਿਆ, ਔਰ 8 ਦਿਨ ਰੱਖੇ। ਆਦਿਤਵਾਰ ਭਗਤ ਕਰੇ ਆਰੰਭ। ਆਦਿਤ ਦਾ ਅਰਥ ਆ ਮੋਟਾ ਜਿਹਾ ਐਤਵਾਰ। ਭਗਤੀ ਦਾ ਆਰੰਭ ਕਰ। ਸਾਰੇ ਇੱਕ ਇੱਕ ਵਾਰ ਦਾ ਉਪਦੇਸ਼ ਆ। ਗੱਲ ਲੰਬੇਰੀ ਚਲੀ ਜਾਏਗੀ, ਮੈਂ ਸੰਖੇਪ ਚ ਅਰਜ਼ ਕਰਾਂ। ਇਹਦੇ ਸਾਹਮਣੇ 7 ਵਾਰ ਰੱਖੇ। ਬਈ ਇੱਕ ਇੱਕ ਵਾਰ ਨਾਲ ਕੀ ਕਰਨਾ ਹੈ। ਮਹਾਰਾਜ ਸਾਹਿਬ ਨੇ ਕਿਹਾ ਸੀ ਆਦਿਤਵਾਰ ਭਗਤ ਕਰੇ ਆਰੰਭ, ਕਾਇਆ ਮਨਸਾ ਮੰਦਰ ਥੰਬ। ਐਤਵਾਰ ਸੋਮਵਾਰ ਸਸ ਅੰਮ੍ਰਿਤ ਝਰੈ। ਔਰ ਮਹਾਰਾਜ ਸਾਹਿਬ ਕਹਿੰਦੇ ਸੋਮਵਾਰ ਤੇਰੇ ਅੰਦਰ ਦੀ ਵਿਚਾਰ ਵਿਕਾਰ ਝੜਨ, ਬਿਰਤੀਆਂ ਮਾੜੀਆਂ ਦੂਰ ਹੋਵਨ। ਮੰਗਲਵਾਰੇ ਲੈ ਮਾਹੀਤ, ਪੰਚ ਚੋਰ ਕੀ ਜਾਣੈ ਰੀਤ। ਮੰਗਲਵਾਰ ਤੇਰੇ ਤਿਲਕ ਤੁਲਕ ਲਾ ਕੇ ਨਹੀਂ, ਮੱਥੇ ਮੁੱਥੇ ਟੇਕ ਕੇ ਨਹੀਂ, ਬਦਾਨੇ ਸ਼ਦਾਨੇ ਵੰਡ ਕੇ ਸਫਲਾ ਨਹੀਂ ਹੋਣਾ। ਇਹ ਹੋਣਾ ਆਪਣੇ ਅੰਦਰ ਦੇ 5 ਵੈਰੀਆਂ ਦੀ ਰੀਤੀ ਸਮਝ ਲਈ। ਬਈ ਉਹ ਉਜਾੜ ਰਹੇ ਨੇ, ਜਿਨ੍ਹਾਂ ਨੂੰ ਮਹਾਰਾਜ ਸਾਹਿਬ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਉਹ ਅੰਮ੍ਰਿਤ ਲੁੱਟੈ, ਮਨਮੁਖ ਨਹੀਂ ਬੂਝੈ। ਸਮਝਿਆ ਨਹੀਂ ਉਹਨੂੰ ਸਮਝ। ਪੰਚ ਚੋਰ ਕੀ ਜਾਣੈ ਰੀਤ। ਉਹਨਾਂ ਦੀ ਮਰਜ਼ਾਦਾ ਸਮਝ। ਬਈ ਇਹਨਾਂ ਨੂੰ ਅੰਦਰੋਂ ਕੱਢਣਾ ਕਿਵੇਂ ਆ। ਬੁੱਧਵਾਰ ਬੁੱਧ ਕਰੈ ਪ੍ਰਗਾਸ, ਹਿਰਦੇ ਕਮਲ ਮ ਹਰਿ ਕਾ ਬਾਸ। ਬੁੱਧਵਾਰ ਤੇਰਾ ਤਾਂ ਸਫਲਾ ਜੇ ਬੁੱਧੀ ਚ ਗਿਆਨ ਦਾ, ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਹੋ ਗਿਆ ਤੇ ਹਿਰਦੇ ਵਿੱਚ ਵਾਹਿਗੁਰੂ ਦਾ ਵਾਸਾ, ਤੇ ਹਿਰਦਾ ਕਮਲ ਦੀ ਨੁਮਾ ਗੁਰੂ ਸੂਰਜ ਨੂੰ ਦੇਖ ਕੇ ਖੜਾਵਟ ਵਿੱਚ ਆ ਗਿਆ। ਔਰ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ। ਬ੍ਰਹਸਪਤ ਵਿਖਿਆ ਦੇਹ ਬਿਹਾਏ। ਤੇਰਾ ਵੀਰਵਾਰ ਜਿਹੜਾ ਹੈ ਨਾ ਤਾਂ ਸਫਲਾ ਹੋਣਾ ਹੈ। ਜੇ ਸਜਣਾ ਆਪਣੇ ਅੰਦਰੋਂ ਵਿਖਿਆ ਜ਼ਹਿਰ ਵਰਗੀ ਵਾਸ਼ਨਾਵਾਂ ਨੂੰ ਵਹਾ ਦਿੱਤਾ, ਕੱਢ ਦਿੱਤਾ। ਖੈਰ ਇੱਕ ਇੱਕ ਵਾਰ ਦੁਆਰਾ ਸਮਝਾਇਆ, ਮਨ ਸਮਝਿਆ ਨਹੀਂ। ਫਿਰ ਇਹਦੇ ਮੂਹਰੇ 15 ਥਿੱਤਾਂ ਰੱਖੀਆਂ। 15 ਥਿੱਤੀ 7 ਵਾਰ। 15 ਥਿੱਤਾਂ ਤੇ 7 ਵਾਰ ਰੱਖੇ। ਉਹ ਥਿੱਤਾਂ ਤੇ ਵਾਰ ਇਹ ਨਹੀਂ ਸੀ ਕਿ ਬਾਹਰੋਂ ਝੁਕਦਾ ਰਹੋ। ਉਹਦਾ ਉਪਦੇਸ਼ ਸੀ
ਕੀ ਕਮਾਉਣਾ ਹੈ, ਕੀ ਧਿਆਉਣਾ ਹੈ, ਕਿਸ ਪਾਸੇ ਨੂੰ ਤੁਰਨਾ ਹੈ, ਕਿੱਧਰੋਂ ਰੁਕਣਾ ਹੈ। ਜੇ ਮਨ ਨਹੀਂ ਸਮਝਿਆ ਨਾ, ਫਿਰ ਇਹਦੇ ਸਾਹਮਣੇ 12 ਮਹੀਨੇ ਰੱਖੇ, 12 ਮਹੀਨੇ ਕਿ ਮਨ ਨੂੰ ਸਮਝ ਆ ਜਾਵੇ। ਇੱਕ ਇੱਕ ਮਹੀਨੇ ਦਾ ਉਪਦੇਸ਼ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ, ਰਹਿਮਤ ਵਰਸਾਈ ਸੱਚੀ ਸਰਕਾਰ ਨੇ। ਉਹ 12 ਮਹੀਨਿਆਂ ਦੇ ਵਿੱਚੋਂ ਇੱਕ ਮਹੀਨਾ ਇਹ ਪੋਹ ਦਾ ਹੈ, ਜਿਹਦੀ ਅੱਜ ਆਰੰਭਤਾ ਹੁੰਦੀ। ਸੱਚੀ ਸਰਕਾਰ ਕਹਿੰਦੇ ਨੇ ਤੇਰਾ ਪੋਹ ਦਾ ਮਹੀਨਾ ਸਫਲਾ ਕਿਵੇਂ ਹੋਣਾ ਹੈ। ਸਰੀਰ ਧਾਰਨ ਵਾਲਿਆ, ਇਹ ਸਰੀਰ ਵੀ ਮਹੀਨਾ ਹੀ ਹੈ, ਮਾਸ ਦਾ ਲੋਥੜਾ ਹੈ। ਇਹ ਸਫਲਾ ਕਿਵੇਂ ਹੋਣਾ ਹੈ? ਇਹ ਸਿੱਖਿਆ ਸਰੀਰਾਂ ਨੂੰ ਹੀ ਹੈ, ਸਿੱਖਿਆ ਜੀਵਾਂ ਨੂੰ ਹੀ ਹੈ। ਇਹਨਾਂ ਸਮਝ ਲੈਣਾ ਕਿ ਕਿਸੇ ਪਸ਼ੂ ਲਈ ਹੋਵੇਗੀ, ਪੰਛੀਆਂ ਲਈ ਹੋਵੇਗੀ। ਇਹ ਸਿੱਖਿਆ ਸਾਡੇ ਲਈ ਹੈ। ਮਹਾਰਾਜ ਸਾਹਿਬ ਮਿਹਰ ਕਰਦੇ ਨੇ ਸੱਜਣਾ, ਦੇਖ ਇਹ ਸੰਸਾਰ ਅੰਦਰ ਪੋਹ ਦੇ ਮਹੀਨੇ ਦੀ ਆਰੰਭਤਾ ਹੁੰਦੀ। ਉਹ ਮੱਘ ਦੇ ਮਹੀਨੇ ਦੁਆਰਾ ਕਿਹਾ ਸੀ ਸੱਜਣਾ, ਔਰ ਜਿਨ੍ਹਾਂ ਨੇ ਇਹਦੇ ਵਿੱਚ ਆਰਾਧਿਆ, ਪਰਮਾਤਮਾ ਨੂੰ ਜਪਿਆ, ਔਰ ਬੌੜ ਨਾ ਜਨਮੜੀਆ, ਉਹ ਬੌੜ ਮੁੜ ਕੇ ਪਰਤ ਕੇ ਜੰਮਣ ਮਰਨ ਵਿੱਚ ਨਹੀਂ ਪੈਣਗੇ। ਤੇ ਇਹ ਨਹੀਂ ਕਿ ਆਏ ਮਹੀਨੇ ਵਾਲੇ ਦਿਨ ਤੇ ਮੱਥਾ ਟੇਕਿਆ ਔਰ ਜਾਂ ਸੂਰਜ ਦੇਵ ਨੂੰ ਪਾਣੀ ਦਿੱਤਾ ਤੇ ਬਸ ਬਈ ਹੁਣ ਨਹੀਂ ਜੰਮਣ ਮਰਨ ਵਿੱਚ ਪੈਂਦੇ, ਆਇਓ ਨਹੀਂ। ਇਹ ਮਹੀਨਾ ਸਫਲਾ ਕਿਵੇਂ ਹੋਣਾ ਹੈ? ਮਹਾਰਾਜ ਮਿਹਰ ਕਰਦੇ, ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਗੜ ਨਾ ਲਾਗੈ, ਪ੍ਰਭ ਕੈ ਸਿਮਰਨ ਅਨੰਦਨ ਜਾਗੈ। ਇਹ ਸਿਮਰਨ ਦੇ ਨਾਲ ਹੋਣਾ ਹੈ ਸਫਲਾ। ਇੱਕ ਇੱਕ ਸਵਾਸ, ਇੱਕ ਇੱਕ ਦਿਨ, ਔਰ ਸਫਲਾ ਹੋਣਾ ਹੈ ਜਦੋਂ ਸ਼ੁਰੂਆਤ ਵਿੱਚ ਜਿਹੜਾ ਬੀਜ ਚੰਗਾ ਨਾ ਬੀਜਿਆ ਜਾਏ। ਤੇ ਕਦੋਂ ਉਹਦੀ ਆਸ ਕਰਦੇ ਆ ਬਈ ਇਹਦਾ ਫਲ ਜਿਹੜਾ ਚੰਗਾ ਹੋਵੇਗਾ। ਜਿਹੜੇ ਦਿਨ ਦੀ ਸ਼ੁਰੂਆਤ ਚੰਗੀ ਨਾ ਹੋਵੇ, ਉਹਦੀ ਅਸੀਂ ਸਮਾਪਤੀ ਅੱਛੀ ਕਿੱਥੋਂ ਮੰਨ ਲਵਾਂਗੇ। ਕਈ ਵੇਰ ਇਹ ਸਵਾਲ ਉੱਠਦਾ ਹੈ, ਕੋਈ ਦਿਨ ਚੰਗਾ ਨਹੀਂ ਤੇ ਕੋਈ ਮਾੜਾ ਨਹੀਂ। ਸੱਜਣੋ, ਹੁੰਦਾ ਹੈ ਦਿਨ ਚੰਗਾ ਵੀ ਹੁੰਦਾ ਹੈ, ਦਿਨ ਮਾੜਾ ਵੀ ਹੁੰਦਾ ਹੈ। ਮਹੀਨਾ ਚੰਗਾ ਵੀ ਹੁੰਦਾ ਹੈ, ਮਹੀਨਾ ਮਾੜਾ ਵੀ ਹੁੰਦਾ ਹੈ। ਇਹ ਨਾ ਮਨ 'ਚ ਰੱਖਿਆ ਦੇ। ਹੁਣ ਚੰਗਾ ਕਿਹੜਾ ਤੇ ਮਾੜਾ ਕਿਹੜਾ ਹੈ? ਮਹਾਰਾਜ ਸਾਹਿਬ ਮਿਹਰ ਕਰਦੇ, ਜਿਸ ਦਿਨ ਵਿਸਰੈ ਪਾਰ ਬ੍ਰਹਮ, ਫੇਟ ਪੁਲੇਰੀ ਰੁੱਤ। ਭਾਵੇਂ ਉਹ ਬਸੰਤ ਹੋਵੇ, ਬੜੀ ਬਹਾਰ ਹੋਵੇ, ਬੜਾ ਚੰਗਾ ਮੌਸਮ ਹੋਵੇ, ਤੇ ਜੇ ਤੈਨੂੰ ਭੁੱਲ ਗਿਆ ਨਾ, ਸਤਨਾਮ ਵਾਹਿਗੁਰੂ, ਲਾਨਤ ਹੈ ਉਸ ਮੌਸਮ ਨੂੰ ਤੇ ਲਾਨਤ ਹੈ ਉਸ ਰੁੱਤ ਨੂੰ ਜਿਹੜਾ ਮਾਲਕ ਸੀ, ਤੈਨੂੰ ਭੁੱਲ ਗਿਆ। ਮਹਾਰਾਜ ਸਾਹਿਬ ਕਹਿੰਦੇ, ਜਦੋਂ ਪਰਮਾਤਮਾ ਚਿੱਤ ਆਵੇ, ਰੱਬ ਚੇਤੇ ਆ ਜਾਵੇ, ਔਰ ਸੱਚੀ ਸਰਕਾਰ ਸਾਹਿਬ ਮਿਹਰ ਕਰਦੇ ਨੇ, ਔਰ ਉਹ ਦਿਨ ਭਲਾ, ਔਰ ਉਹ ਦਿਨ ਚੰਗਾ। ਔਰ ਜਦੋਂ ਪਰਮਾਤਮਾ ਚੇਤੇ ਆਇਆ, ਯਾਦ ਵਿੱਚ ਆਇਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਦਿਨ ਭਲਾ ਹੀ ਚੰਗਾ ਹੀ, ਉਹ ਸਮਾਂ ਚੰਗਾ ਹੀ। ਤੇ ਸੱਚੀ ਸਰਕਾਰ ਕਹਿੰਦੇ ਸਮਾਂ ਚੱਲ ਪਿਆ, ਚਲਦਿਆਂ ਇਹ ਪੋਹ ਦਾ ਇਹਦੇ ਅੰਦਰ, ਔਰ ਸਿਸਰ ਰੁੱਤ ਚੱਲਦੀ ਏ। ਸਿਸਰ ਜਿਹਨੂੰ ਪੱਤ ਝੜ ਕਹਿ ਦਈਏ, ਪੱਤੇ ਝੜ ਜਾਂਦੇ ਨੇ, ਤੇ ਉਹਨੂੰ ਮਹਾਰਾਜ ਜੀ ਨੇ ਗੁਰਬਾਣੀ ਅੰਦਰ ਰੁੱਤੀ ਸ਼ਲੋਕ ਲਿਖੇ ਨੇ। ਮਹਾਰਾਜ ਨੇ ਨਾ ਕਿਤੇ ਗੁਰਬਾਣੀ ਨੂੰ ਗੌਰ ਨਾਲ ਪੜ੍ਹੀਏ, ਵਿਚਾਰੀਏ, ਔਰ ਜੋ ਕੁਦਰਤ ਉਹਨੇ ਬਣਾਈ ਹੈ ਨਾ, ਉਹਦਾ ਇੱਕ ਇੱਕ ਪਾਠ ਲਿਖਿਆ ਹੋਇਆ ਹੈ। ਰੁੱਤਾਂ ਨੇ ਆਪਣੇ ਆਪ ਚੇਂਜ ਹੁੰਦੀਆਂ ਲਿਖੀਆਂ ਹੋਈਆਂ ਨੇ, ਥਿੱਤਾਂ ਨੇ ਲਿਖੀਆਂ ਹੋਈਆਂ ਨੇ, ਮਹੀਨੇ ਸੰਗਰਾਨਾ ਉਹ ਲਿਖੀਆਂ ਹੋਈਆਂ ਨੇ ਮਹੀਨੇ ਵਿੱਚ। ਮਹਾਰਾਜ ਨੇ ਮਨੁੱਖ ਦੇ ਬਾਰੇ ਸਭ ਕੁਝ ਉਪਦੇਸ਼ ਦਿੱਤਾ ਹੈ।
ਇਹ ਤਾਂ ਗਫਲਤਾ ਦੇ ਵਿੱਚ ਜੁੜ ਕਰਕੇ ਕਮਾਉਂਦਾ ਨਹੀਂ, ਧਿਆਉਂਦਾ ਨਹੀਂ, ਬਸ ਟਪਲੇਬਾਜ਼ੀ ਕਰਦਾ, ਨਹੀਂ ਨਹੀਂ ਮੈਨੂੰ ਨਹੀਂ ਕੁਛ ਚਾਹੀਦਾ। ਮਹਾਰਾਜ ਕਹਿੰਦੇ ਰੁੱਤ ਸਸਿਅਰ ਸੀਤਲਾ ਹਰ ਪ੍ਰਗਟੇ ਮੰਗਰ ਪੋਹੇ ਜਿਉ। ਮਹਾਰਾਜ ਸਾਹਿਬ ਕਹਿੰਦੇ ਸਸਿਅਰ ਰੁੱਤ ਆ ਗਈ। 6 ਰੁੱਤਾਂ ਤੇ 12 ਮਹੀਨੇ ਹੁੰਦੇ ਨੇ, 2 ਮਹੀਨਿਆਂ ਦੀ ਇੱਕ ਰੁੱਤ ਹੁੰਦੀ ਆ। ਮੱਘਰ ਤੇ ਪੋਹ ਦੀ ਸਸਿਅਰ ਰੁੱਤ ਏ। ਇਹਦੇ ਚ ਬ੍ਰਿਸ਼ ਜਿਹੜੇ ਨੇ ਉਹ ਪੱਤੇ ਸੱਟ ਦੇਣਗੇ, ਉਹਨਾਂ ਦੇ ਪੱਤੇ ਡਿੱਗ ਪੈਣਗੇ। ਤੇ ਉਹ ਪੱਤੇ ਡਿੱਗਦੇ ਕਿਉਂ, ਉਹ ਟੁੱਟਦੇ ਕਿਉਂ? ਉਹਨਾਂ ਪੱਤਿਆਂ ਦੇ ਵਿੱਚੋਂ ਜਿਹੜਾ ਹੈ ਠੰਡ ਨਾਲ, ਬਰਫ਼ ਨਾਲ ਔਰ ਇਸ ਕੱਕਰ ਦੇ ਨਾਲ ਰਸ ਜਿਹੜਾ ਹੈ ਸੁੱਕਣ ਲੱਗ ਜਾਂਦਾ ਹੈ। ਰਸ ਸੁੱਕਣ ਲੱਗ ਜਾਂਦਾ ਤੇ ਉਹ ਪੱਤਾ ਡਿੱਗਦਾ, ਟੁੱਟਦਾ, ਕਮਜ਼ੋਰ ਹੋ ਕੇ ਜਦੋਂ ਟੁੱਟਦਾ ਹੈ ਫਿਰ ਉਹ ਬੜੇ ਤਰਲੇ ਲੈਂਦਾ। ਪੱਤੇ ਨੂੰ ਲੈ ਕੇ ਕਿਸੇ ਵਿਦਵਾਨ ਨੇ ਲਿਖਿਆ, ਕਹਿ ਲੱਗੇ ਹਵਾ ਪਈ ਚੱਲੇ ਤੇ ਪੱਤਾ ਕਮਜ਼ੋਰ, ਉਹ ਟੁੱਟ ਗਿਆ ਪੌਦੇ ਦੇ ਨਾਲੋਂ। ਤੇ ਟੁੱਟਦਾ ਹੋਇਆ, ਡਿੱਗਦਾ ਹੋਇਆ ਉਸ ਬ੍ਰਿਸ਼ ਨਾਲ ਗੱਲੀ ਪੈ ਗਿਆ। ਬ੍ਰਿਸ਼ ਨੂੰ ਕਹਿਣ ਲੱਗਾ, ਦੇਖ ਮੈਂ ਤੇਰੇ ਵਿੱਚੋਂ ਪੈਦਾ ਹੋਇਆ ਔਰ ਰਸ ਮਾਣਿਆ, ਹਰਿਆਵਲਤਾ ਰਹੀ, ਅੱਜ ਨਾਤਾ ਜਿਵੇਂ ਜਿਵੇਂ ਟੁੱਟਣ ਲੱਗਾ ਉਵੇਂ ਉਵੇਂ ਪੀਲਕਤਾ ਆਉਣ ਲੱਗ ਪਈ, ਸੋਕਾ ਆਉਣ ਲੱਗ ਪਿਆ। ਜਿਵੇਂ ਅੰਦਰੋਂ ਟੁੱਟਣ ਲੱਗਾ ਨਾ, ਬਾਹਰੋਂ ਭਾਵੇਂ ਉਹ ਜੁੜਿਆ ਦੀਦਾ ਹੈ, ਪਰ ਜਿੱਦਣ ਪੱਤਾ ਅੰਦਰੋਂ ਟੁੱਟਣ ਲੱਗ ਪਿਆ, ਸਿਸਰ ਰੁੱਤ ਤੇ ਆ ਕਰਕੇ ਉਸ ਦਿਨ ਪੱਤਾ ਸੁੱਕਣ ਲੱਗ ਪਿਆ, ਉਹਦੇ ਤੇ ਪੀਲਕਤਾ ਆਉਣ ਲੱਗ ਪਈ, ਪੀਲਾਪਨ ਆਉਣ ਲੱਗ ਪਿਆ। ਉਹ ਵਿਦਵਾਨ ਕਹਿੰਦਾ ਪਾਤ ਉਡੰਤਾ ਬੋਲਿਆ, ਸੁਨੋ ਤਰਵਰ ਬਨ ਰਾਏ। ਔਰ ਪਿਆਰਿਓ ਤਰਵਰ ਪੌਦੇ ਨੂੰ, ਦਰਖਤ ਨੂੰ ਕਹਿਣ ਲੱਗਾ, ਇਹ ਦਰਖਤ ਮੇਰੀ ਗੱਲ ਜਿਹੜੀ ਉਹਨੂੰ ਸੁਣਨਾ ਕਰ। ਪਾਤ ਉਡੰਤਾ ਬੋਲਿਆ, ਸੁਨੋ ਤਰਵਰ ਬਨ ਰਾਏ, ਅਬ ਕੇ ਬਿਛੁਰੇ ਕਬ ਮਿलेंगे, ਦੂਰ ਬਸेंगे ਜਾਏ। ਅੱਜ ਮੈਂ ਤੇਰੇ ਨਾਲੋਂ ਟੁੱਟ ਜਾਣਾ, ਨਾਤਾ ਮੁੱਕ ਜਾਣਾ, ਕੀ ਮੇਰਾ ਮਿਲਾਪ ਤੇਰੇ ਨਾਲ ਦੁਬਾਰਾ ਹੋਵੇਗਾ ਕਿ ਨਹੀਂ ਹੋਵੇਗਾ? ਕੀ ਮੈਂ ਮਿਲ ਪਵਾਂਗਾ? ਤੇ ਪਿਆਰਿਓ ਅੱਗੋਂ ਜਦੋਂ ਕਹਿਣ ਲੱਗਾ ਮੈਂ ਟੁੱਟ ਜਾਣਾ ਤੇ ਫਿਰ ਮੇਰਾ ਥੋ ਟਿਕਾਣਾ ਕੋਈ ਨਹੀਂ, ਮੈਂ ਕਿੱਥੇ ਕੋ ਜਾ ਕੇ ਦੂਰੀ ਤੇ ਡਿੱਗ ਪੈਣਾ ਹੈ, ਮਿੱਟੀ ਘੱਟੇ ਵਿੱਚ ਮਿਲ ਜਾਣਾ ਹੈ। ਤੇ ਕਹਿਣ ਲੱਗੇ ਅੱਗੋਂ ਫਿਰ ਤਰਵਰ ਬੋਲਿਆ, ਪਾਤ ਸੁਨੋ ਮਮ ਬਾਤ, ਇਹ ਟੁੱਟੇ ਹੋਏ ਪੱਤੇ, ਉੱਡਦੇ ਹੋਏ ਪੱਤੇ, ਮੇਰੀ ਗੱਲ ਧਿਆਨ ਨਾਲ ਸੁਣ। और बात सुनो मम बात, ये है हमारा स्वाऊ है, एक आवत एक जात। कहते बृष ने क्या सजना, मैनू तेरे नाल प्यार कोई नहीं, तैनू प्यार सी है कि तू मेरे तो कुछ लैंदा रहा है ते आस रखदा है, जुड़िया रहा है ते हरिया रहा है, और टुट गया जिवें अंदरों ਤੇ ਸੁੱਕ ਗਿਆ, ਅੱਜ ਪਤਾ ਨਹੀਂ ਕਿੱਥੇ ਜਾ ਕੇ ਡਿੱਗੇਗਾ। ਸਜਣਾ ਜਿਹੜਾ ਟੁੱਟ ਜਾਏ ਅੰਦਰੋਂ, ਜਿਹੜਾ ਟੁੱਟ ਕੇ ਦੂਰ ਹੋ ਜਾਏ, ਤੇ ਮੇਰਾ ਇਹ ਸੁਭਾਅ ਆ ਤੇ ਇੱਕ ਉਹ ਚਲਿਆ ਜਾਂਦਾ ਹੈ ਤੇ ਦੂਜਾ ਪੈਦਾ ਹੋ ਕੇ ਆ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਜਿੰਨਾ ਚਿਰ ਮਨੁੱਖ ਦੀ ਸੁਰਤ ਮਾਲਕ ਨਾਲ ਅੰਦਰੋਂ ਜੁੜੀ ਰਹਿੰਦੀ ਆ ਨਾ, ਇਹਦੇ ਜੀਵਨ ਤੇ ਹਰਿਆਵਲਤਾ ਰਹਿੰਦੀ ਹੈ, ਜਰੀ ਜੀਵਨ ਹਰਿਆ ਭਰਿਆ ਰਹਿੰਦਾ ਹੈ। ਤੇ ਜਦੋਂ ਅੰਦਰੋਂ ਸੁਰਤ ਟੁੱਟ ਜਾਂਦੀ ਆ ਨਾ, ਬਾਹਰੋਂ ਤਾਂ ਮੇਰੀ ਤਰ੍ਹਾਂ ਦਿਸੇਗਾ ਬਈ ਗੁਰੂ ਵਾਲਾ ਸਿੱਖਿਆ, ਬਾਹਰੋਂ ਤਾਂ ਦਿਸੇਗਾ ਗੁਰੂ ਨਾਲ ਜੁੜਿਆ ਹੋਇਆ, ਬੜੇ ਭਾਵਪੂਰਕ ਬਚਨ ਕਰਦਾ ਪਿਆ, ਇਹ ਤਾਂ ਜੀ ਗੁਰੂ ਤੋਂ ਜਰਾ ਵੀ ਪਾਸੇ ਨਹੀਂ ਹੋਏਗਾ। ਪਰ ਅੰਦਰ ਖਰਵਾਪਨ ਆ ਗਿਆ, ਪੀਲਕ ਆ ਗਈ, क्योंकि सुरत दी दूरी बदल लग पई, रस मुकन लग पिया।
ਔਰ ਕੜਵਾਟ ਅੰਦਰ ਭਰਨ ਲੱਗ ਪਈ। ਇਹ ਟੁੱਟੀ ਹੋਈ ਸੁਰਤ ਦੀਆਂ ਨਿਸ਼ਾਨੀਆਂ ਜਿਹੜਾ ਅੰਦਰੋਂ ਟੁੱਟ ਗਿਆ। ਜਦੋਂ ਪੱਤਾ ਅੰਦਰੋਂ ਟੁੱਟਣ ਲੱਗ ਪਏ ਨਾ, ਜਿਵੇਂ ਜਿਵੇਂ ਦਰਖਤ ਨਾਲੋਂ ਉੱਤੇ ਪੀਲਕਤਾ ਸੋਕਾ ਆ ਜਾਂਦਾ ਹੈ, ਬਾਹਰੋਂ ਇੱਕ ਲੱਖ ਜਦ ਟੁੱਟਦਾ ਉਦੋਂ ਮੁੱਕ ਜਾਂਦਾ ਹੈ, ਅੰਦਰੋਂ ਐਸਤਾ ਐਸਤਾ ਟੁੱਟਦਾ ਹੈ। ਮਨੁੱਖ ਵੀ ਅੰਦਰੋਂ ਐਸਤਾ ਐਸਤਾ ਟੁੱਟਦਾ ਹੁੰਦਾ ਹੈ, ਤੇ ਜਿੱਦਣ ਬਾਹਰੋਂ ਸ਼ਰੇਆਮ ਗੁਰੂ ਤੋਂ ਦੂਰ ਚਲਾ ਜਾਂਦਾ ਹੈ, ਫਿਰ ਇਹ ਦੂਰ ਬਸੇਂਗੇ ਜਾਏ, ਫਿਰ ਪਤਾ ਨਹੀਂ ਕਿੰਨੇ 84 ਲੱਖ ਦੇ ਚੱਕਰ ਵਿੱਚ ਜਾ ਕੇ ਡਿੱਗਦਾ ਆ, ਕਿੰਨੀਆਂ ਕੁ ਜੂਨੀਆਂ ਭੋਗਣੀਆਂ ਪੈਂਦੀਆਂ, ਤੇ ਫਿਰ ਕੋਈ ਆਸ ਨਹੀਂ ਕਿ ਇਹਦੇ ਨਾਲ ਮਿਲਾਪ ਹੋਵੇਗਾ ਕਿ ਨਹੀਂ। ਇਸ ਵਾਸਤੇ ਮਨੁੱਖ ਸੁਰਤ ਜੋੜ ਤੋੜ ਨਾ, ਪ੍ਰਭੂ ਕੁਲ ਆਏ ਵਿਛੜਿਆ ਮਿਲੈ ਪ੍ਰਭੂ, ਹਰ ਦਰਗਾਹ ਕਾ ਬਸੀਠ, ਹਰ ਨਾਮੂ ਮੰਤਰ ਦਰਡਾਇੰਦਾ, ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮੁਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਨੇ ਸਜਣਾ, ਇੱਥੇ ਸੰਸਾਰ ਵਿੱਚ ਆਇਆ ਹੈ ਤੇ ਸਜਣਾ ਮਾਲਕ ਨਾਲ ਮਿਲ ਜਾ। ਔਰ ਮਹਾਰਾਜ ਪੋਹ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ, ਪੋਖ ਤੁਖਾਰ, ਪੋਹ ਦਾ ਮਹੀਨਾ ਹੈ। ਤੁਖਾਰ ਦੇ ਅਰਥ ਵਿਦਵਾਨ ਸੱਜਣ ਬਰਫ਼ ਕਰਦੇ ਨੇ, ਕੱਕਰ ਕਰਦੇ ਨੇ, ਠੰਡ ਕਰਦੇ ਨੇ। ਸਰਦੀ ਦੇ ਨਾਲ ਜਿਹੜਾ ਪਾਣੀ ਆ ਨਾ, ਉਹ ਦਰਵੀ ਭੂਤ ਹੁੰਦਾ ਹੈ। ਪਾਣੀ ਉਹ ਡਲਾ ਬਣ ਜਾਂਦਾ ਹੈ। ਪਾਣੀ ਦਾ ਗਲਾਸ ਕਿਸੇ ਦੇ ਮਾਰੀਏ ਉਹਨੂੰ ਸੱਟ ਨਹੀਂ ਲੱਗਦੀ, ਤੇ ਜੇ ਉਹੀ ਉਹਦਾ ਬਰਫ਼ ਦਾ ਡਲਾ ਬਣਾ ਕੇ ਮਾਰੀਏ ਤੇ ਬੰਦੇ ਦੇ ਸੁਰਤ ਬੌਂਦਲ ਜਾਂਦੀ ਹੈ। ਮਹਾਰਾਜ ਸਾਹਿਬ ਕਹਿੰਦੇ, ਦੇਖ ਪਾਣੀ ਦੇ ਉੱਪਰ ਪ੍ਰਭਾਵ ਸਰਦੀ ਦਾ ਪਿਆ, ਕੱਕਰ ਦਾ ਪਿਆ। ਮਹਾਰਾਜ ਕਹਿੰਦੇ ਉਹਦੇ ਪ੍ਰਭਾਵ ਨੂੰ ਕਬੂਲ ਕੇ ਆਪਣਾ ਪ੍ਰਭਾਵ ਛੱਡ ਕੇ ਉਹ ਜੜ ਹੋ ਗਿਆ। ਹੁਣ ਥੋੜਾ ਜਿਹਾ ਤਵੱਜੋ ਦਿਆ ਜੇ, ਇਹ ਜੜ ਕਿਉਂ ਹੋਇਆ ਪਾਣੀ ਬਈ? ਜਿਹੜੀਆਂ ਨਦੀਆਂ ਚੱਲਦੀਆਂ ਨੇ, ਨਲਕੇ ਚੱਲਦੇ ਨੇ, ਦਰਿਆ ਚੱਲਦੇ ਨੇ, ਜਿੰਨੀ ਮਰਜ਼ੀ ਸਰਦੀ ਪਈ ਜਾਵੇ ਉਹਨਾਂ ਦਾ ਪਾਣੀ ਜੰਮਦਾ ਨਹੀਂ ਹੈ, ਕਦਾਚਿਤ ਨਹੀਂ ਜੰਮਦਾ। ਜਿਹੜਾ ਪਾਣੀ ਰੁਕ ਗਿਆ, ਖਲੋ ਗਿਆ, ਔਰ ਉਹ ਜਿਹੜਾ ਹੈ ਬਰਫ਼ ਬਣ ਜਾਵੇਗਾ, ਜੰਮ ਜਾਵੇਗਾ। ਮਹਾਰਾਜ ਕਹਿੰਦੇ, ਸਿੱਖਾ ਜਿੱਦਣ ਤੂੰ ਗੁਰੂ ਵੱਲ ਸਫ਼ਰ ਕਰਨ ਵੱਲੋਂ ਰੁਕ ਗਿਆ ਨਾ, ਉਦਣ ਜੜਤਾ ਰੂਪ ਹੋ ਜਾਵੇਗਾ, ਉਦਣ ਕਠਨ ਹੋ ਜਾਏਗਾ ਸਜਣਾ, ਉਦਣ ਡਲਾ ਬਣ ਜਾਏਗਾ। ਉਹ ਦੁਖਦਾਈ ਹੈ ਤੇ ਤੂੰ ਸੰਸਾਰ ਲਈ ਦੁਖਦਾਈ ਬਣ ਜਾਵੇਂਗਾ। ਔਰ ਚੱਲ ਗੁਰੂ ਵੱਲ ਨੂੰ ਸਫ਼ਰ ਕਰ, ਤੁਰ। ਜਿਹੜਾ ਪ੍ਰਭੂ ਨਾਲ ਮਿਲ ਜਾਂਦਾ ਹੈ, ਤੁਰਦਾ ਹੈ ਨਾ, ਉਹਨੂੰ ਤੁਖਾਰ ਨਾ ਵਿਆਪਈ, ਉਹਨੂੰ ਬਰਫ਼ ਪੋ ਨਹੀਂ ਸਕਦੀ, ਛੋ ਨਹੀਂ ਸਕਦੀ। ਕਿਉਂ? ਉਹ ਰੱਬ ਨਾਲ ਜੁੜਿਆ ਹੋਇਆ ਹੈ ਤੇ ਉਹਦੀ ਬਖਸ਼ਿਸ਼ ਦੀਆਂ ਕਿਰਨਾਂ ਮਨੁੱਖ ਦੇ ਅੰਤਸ਼ਕਰਨ ਤੇ ਪੈਂਦੀਆਂ ਨੇ। ਇਹ ਠਹਿਰਦਾ ਨਹੀਂ, ਇਹ ਦਰਵੀ ਭੂਤ ਹੋਇਆ ਰਹਿੰਦਾ ਹੈ ਔਰ ਅੱਗੇ ਨੂੰ ਚੱਲਦਾ ਰਹਿੰਦਾ ਹੈ। ਮਹਾਰਾਜ ਨੇ ਬਾਣੀ ਅੰਦਰ ਕਿਹਾ, ਓਰਾ ਗਰ ਪਾਣੀ ਭਇਆ, ਜਾਏ ਮਿਲਿਓ ਢਲ ਕੂਲ। ਓਰਾ ਮੈਨਾ ਗੜਾ, ਬਰਫ਼ ਕਹਿੰਦੇ ਉਹ ਗਲ ਕੇ ਪਾਣੀ ਜਦ ਹੋ ਗਿਆ, ਉਹ ਜਾ ਕੇ ਪਾਣੀ ਵਿੱਚ ਮਿਲ ਗਿਆ। ਜੇ ਉਹ ਪਾਣੀ ਜਿਹੜਾ ਹੈ ਬਰਫ਼ ਨੂੰ ਕੁਝ ਸਮੇਂ ਲਈ ਔਰ ਰੱਖਿਆ ਜਾਏ ਪਾਸੇ, ਉਹਦੀ ਉਪਾਧੀ ਇਹ ਬਰਫ਼ ਦਾ ਡਲਾ, ਇਹ ਪਾਣੀ ਹੈ। ਔਰ ਜਦੋਂ ਪਿਘਲ ਜਾਏ, ਕੋਈ ਨਹੀਂ ਕਹਿੰਦਾ ਬਰਫ਼ ਹੈ। ਤੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਹੇ, ਕਹਿੰਦੇ ਜਦੋਂ ਕਿਰਨਾਂ ਪਈਆਂ ਤੇ ਕਿਰਨਾਂ ਪੈਣ ਨਾਲ ਉਹ ਢਲ ਕੇ ਜਿਵੇਂ ਪਾਣੀ ਬਰਫ਼ ਢਲ ਕੇ ਪਾਣੀ ਬਣ ਗਿਆ। ਔਰ ਕਿਸੇ ਨੇ ਬਰਫ਼ ਨਾ ਕਿਹਾ, ਸਭ ਨੇ ਪਾਣੀ ਕਿਹਾ। ਕਹਿੰਦੇ ਜਿੱਦਣ ਜਪਦਾ ਰਿਹਾ ਪ੍ਰਭੂ ਨੂੰ ਨਾ ਗੁਰੂ ਕਾ ਸਿੱਖ,
ਗੁਰੂ ਦੀ ਕਿਰਪਾ ਉਹਦੇ ਤੇ ਹੋ ਗਈ, ਉਹ ਐਉਂ ਮਿਲ ਜਾਵੇਗਾ ਜਿਵੇਂ ਪਾਣੀ ਨਾਲ ਪਾਣੀ ਮਿਲ ਗਿਆ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਪਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਮਿਲ ਜਾਵੇਗਾ, ਦ੍ਰਵੀ ਭੂਤ ਰਹੇਗਾ। ਕਠੋਰਤਾ ਤੇਰੇ ਜੀਵਨ ਵਿੱਚ ਨਹੀਂ ਆਏਗੀ, ਕਠੋਰਤਾ ਆਏਗੀ ਆਪਣੇ ਵਹਿਣ ਨਾਲੋਂ ਵਿਛੁੜ ਕੇ, ਦੂਰ ਹੋ ਕੇ। ਰੱਬ ਚਿੱਤ ਵਿੱਚ ਵਸਦਾ। ਬਰਫ਼ ਤੈਨੂੰ ਆਪਣੇ ਆਸ਼ੇ ਤੋਂ ਡੁਲਾ ਨਹੀਂ ਸਕੇਗੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੀ ਸਰਕਾਰ ਦੇ ਬਚਨ ਬਚਿੱਤਰ ਨਾਟਕ ਦੇ ਅੰਦਰ ਪੜ੍ਹਦੇ। ਮਹਾਰਾਜ ਸਾਹਿਬ ਕਹਿੰਦੇ, ਦੁਨੀਆ ਦੇ ਲੋਗੋ, ਔਰ ਜਿੱਥੇ ਬਰਫ਼ ਦੇ ਪਹਾੜ ਨੇ, ਜਿੱਥੇ ਕੇਵਲ 3 ਕੁ ਮਹੀਨੇ ਔਰ ਬਰਫ਼ ਨਹੀਂ ਪੈਂਦੀ, ਉਹ ਢਲਦੀ ਰਹਿੰਦੀ ਏ, ਫਿਰ ਵੀ ਉੱਥੋਂ ਜ਼ਮੀਨ ਦਾ ਤਲ ਨਹੀਂ ਨਜ਼ਰ ਆਉਂਦਾ। ਕਹਿੰਦੇ ਮੈਂ ਉੱਥੇ ਬੈਠ ਕੇ ਬੰਦਗੀ ਕੀਤੀ ਰੱਬ ਦੀ। ਪੰਡੂ ਰਾਜੇ ਵਰਗੇ ਉੱਥੇ ਆਏ, ਉਹਨਾਂ ਸਥਾਨਾਂ ਤੇ, ਉੱਥੇ ਪੰਡੂ ਰਾਜੇ ਦੀ ਜਗ੍ਹਾ ਹੈ। ਮਹਾਰਾਜ ਨੇ ਬਚਿੱਤਰ ਨਾਟਕ 'ਚ ਇਸ ਦਾ ਜ਼ਿਕਰ ਕੀਤਾ ਹੈ। ਉਹ ਬਰਫ਼ ਦੇ ਵਿੱਚ ਗਲ ਗਏ, ਖਤਮ ਹੋ ਗਏ। ਕਹਿਣ ਲੱਗੇ ਆ ਸਾਡੇ ਤੇ ਰੱਬ ਦੀ ਕਿਰਪਾ ਰਹੀ, ਪਰਮਾਤਮਾ ਨੇ ਕਿਰਪਾ ਕੀਤੀ। ਨਾ ਬਰਫ਼ ਸਾਨੂੰ ਠਾਰ ਸਕੀ, ਨਾ ਗਾਲ ਸਕੀ, ਔਰ ਪਰਮਾਤਮਾ ਨਾਲ ਇੱਕ ਸੁਰ ਹੋਏ ਸਾਂ। ਤੇ ਉੱਥੇ ਬੈਠਿਆਂ ਨੂੰ ਪਰਮਾਤਮਾ ਨੇ ਕਿਹਾ, ਚੱਲ ਤੇਰੀ ਜਗਤ ਵਿੱਚ ਫੇਰ ਲੋੜ ਆ, ਤੂੰ ਚੱਲ। ਮਹਾਰਾਜ ਸੱਚੇ ਪਾਤਸ਼ਾਹ ਆਪਣੀ ਬਾਣੀ ਅੰਦਰ ਬਚਨ ਕਰਦੇ ਨੇ, ਕਹਿੰਦੇ ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ। ਸਪਤ ਸ੍ਰਿੰਗ ਤਹਿ ਨਾਮ ਕਹਾਵਾ, ਪੰਡ ਰਾਜ ਜਹ ਜੋਗ ਕਮਾਵਾ। ਪਾਂਡੂਆਂ ਦਾ ਵੱਡਾ ਪੰਡੂ ਰਾਜਾ ਜਿੱਥੇ ਜੋਗ ਸਾਧਨਾ ਕਰਨ ਗਿਆ, ਉੱਥੇ ਗਲ ਗਿਆ, ਬਰਫ਼ ਦੇ ਵਿੱਚ ਹੀ ਖਤਮ ਹੋ ਗਿਆ, ਨਿਕਲ ਨਾ ਸਕਿਆ। ਪੰਡ ਰਾਜ ਜਹ ਜੋਗ ਕਮਾਵਾ, ਜਿਹੜੀ ਜਗ੍ਹਾ ਤੇ ਪੰਡੂ ਵਰਗੇ ਗਲ ਗਏ, ਖਤਮ ਹੋ ਗਏ। ਤੈ ਹਮ ਅਦਕ ਤਪੱਸਿਆ ਸਾਧੀ। ਮਹਾਰਾਜ ਕਹਿੰਦੇ ਉੱਥੇ ਅਸੀਂ ਬੜੀ ਤਪੱਸਿਆ ਕੀਤੀ, ਬੜੀ ਬੰਦਗੀ ਕੀਤੀ ਅਕਾਲ ਪੁਰਖ ਵਾਹਿਗੁਰੂ ਦੀ। ਔਰ ਮਹਾਕਾਲ ਕਾਲ ਕਾ ਆਰਾਧੀ ਪਾਠ ਇਕੱਠਾ ਨਹੀਂ ਹੈ। ਜਿਹੜੇ ਪਾਤਸ਼ਾਹ ਛਾਪੇ ਹੋਏ ਨਾ, ਉਹਨਾਂ 'ਚ ਪਾਠ ਇਕੱਠਾ ਕਰਤਾ, ਪਾਠ ਕਾਲਕਾ ਬਣਾ ਦਿੱਤਾ। ਕਾਲਕਾ ਦਾ ਮਤਲਬ ਨਹੀਂਗਾ ਮਹਾਕਾਲ, ਕਾਲਕਾ ਆਰਾਧੀ। ਉਹ ਅਕਾਲ ਪੁਰਖ ਵਾਹਿਗੁਰੂ ਦਾ ਆਰਾਧੀ, ਮੈਂ ਨਾ ਆਰਾਧਨਾ ਕਰਨ ਵਾਲਾ, ਉਹਨੇ ਉਹਦੀ ਆਰਾਧਨਾ ਕੀਤੀ। ਇਹ ਬਿਦ ਕਰਤ ਤਪੱਸਿਆ ਭਇਓ, ਦੁਐਤੇ ਏਕ ਰੂਪ ਹੋਏ ਗਇਓ। ਕਹਿਣ ਲੱਗੇ ਬਰਫ਼ ਕੁਛ ਨਹੀਂ ਕਰ ਸਕੀ, ਠੰਡ ਕੁਝ ਨਹੀਂ ਕਰ ਸਕੀ। ਸਜਣੋ, ਬੰਦਗੀ ਕਰਦਿਆਂ ਕਰਦਿਆਂ, ਇਬਾਦਤ ਕਰਦਿਆਂ ਕਰਦਿਆਂ ਮੇਰਾ ਮਾਲਕ ਨਿਰਗੁਣ ਤੇ ਸਰਗੁਣ ਇੱਕ ਹੋ ਗਿਆ। ਕਾਲ ਤੇ ਅਕਾਲ, ਜਿਹੜਾ ਮਹਾਕਾਲ ਤੇ ਕਾਲ, ਸਰੀਰ ਧਾਰੀ ਸਰਗੁਣ ਤੇ ਨਿਰਗੁਣ ਏਕ ਭਇਓ, ਔਰ ਉਹ ਇੱਕ ਹੋ ਗਏ। ਕਹਿਣ ਲੱਗੇ ਬਰਫ਼ ਉਹਨਾਂ ਨੂੰ ਡੁਲਾ ਨਹੀਂ ਸਕੀ, ਧਮਕਾ ਨਹੀਂ ਸਕੀ, ਕਮਜ਼ੋਰ ਕਰ ਨਹੀਂ ਸਕੀ, ਕਿਉਂਕਿ ਅੰਦਰ ਰੱਬ ਵਸਦਾ ਆ, ਹਿਰਦੇ ਦੇ ਅੰਦਰ ਪਰਮਾਤਮਾ ਵਸਦਾ ਹੈ। ਉਹਨੂੰ ਸਾਹਿਬ ਨੇ ਕਿਹਾ, ਕਹਿੰਦੇ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਇੱਕ ਮਿਕ ਹੋ ਗਏ ਮਾਲਕ ਦੇ ਨਾਲ। ਉਹਨੂੰ ਸਾਹਿਬ ਕਹਿੰਦੇ ਕਬੀਰ ਭਲੀ ਭਈ, ਜੋ ਭਉ ਭਰਿਆ, ਦਿਸ਼ਾ ਗਈ ਸਭ ਭੂਲ, ਓਰਾ ਗਰ ਪਾਨੀ ਭਇਆ, ਜਾਏ ਮਿਲਿਓ ਢਲ ਕੂਲ। ਔਰ ਉਹ ਓਰਾ ਜਿਹੜਾ ਗੜਾ ਸੀ, ਬਰਫ਼ ਦਾ ਢਲਾ ਸੀ, ਉਹ ਗਲ ਕੇ ਪਾਣੀ ਹੋ ਗਿਆ, ਮਿਲ ਗਿਆ, ਜਿਉਂ ਪਾਨੀ ਸੰਗ ਪਾਨੀ, ਇੱਕ ਰੂਪ ਹੋ ਗਏ। ਮਹਾਰਾਜ ਕਹਿੰਦੇ ਉਹਨਾਂ ਨੂੰ ਇਹ ਠੰਡ ਸਤਾਉਂਦੀ ਨਹੀਂ, ਜਿਨ੍ਹਾਂ ਨੂੰ ਰੱਬ ਹਿਰਦੇ 'ਚ ਵਸਦਾ ਹੈ। ਮੈਂ ਕੇਵਲ ਟੂਕ ਮਾਤਰ, ਅੱਗੇ ਸਾਹਿਬਜ਼ਾਦਿਆਂ ਦਾ ਸਾਕਾ ਆਉਣਾ ਹੈ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ, ਜਿਹੜਾ ਬੁਰਜ ਬੜਾ ਉੱਚਾ, ਜਿਹਦੇ ਦਾਲੇ ਠੰਡਾ ਪਾਣੀ ਦਾਲੇ ਦਾਲੇ ਉਨੀ ਦਿਨੀ ਵੀ ਖੜਾ, ਥੱਕੇ ਦੀ ਹਵਾ ਵਜੇ ਵਗੇ ਤੇ ਦਾਲੇ ਦਾਲੇ ਪੜਦਾ ਕੋਈ ਨਹੀਂ,
ਥੱਲੇ ਵਿਛਾਉਣ ਲਈ ਕੱਪੜਾ ਕੋਈ ਨਹੀਂ, ਉੱਤੇ ਲੈਣ ਲਈ ਕੱਪੜਾ ਕੋਈ ਨਹੀਂ। ਔਰ ਇਹ ਠੰਡ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਜ਼ਿਆਦਾ ਠਾਰਦੀ ਆ। ਪਰ ਮੇਰਾ ਗੁਰੂ ਕਹਿੰਦਾ ਜੇ ਹਿਰਦੇ 'ਚ ਰੱਬ ਵਸਦਾ ਹੋਵੇ ਨਾ, ਉਹਨਾਂ ਦਾ ਕੁਝ ਨਹੀਂ ਇਹ ਵਿਗਾੜਦੀ, ਉਹ ਵੀ ਆਪਣੀ ਮੰਜ਼ਲ ਨੂੰ ਸਰ ਕਰ ਜਾਂਦੇ। ਥੱਲੇ ਠੰਡੀ ਥਾਂ, ਉੱਪਰੋਂ ਠੰਡੀ ਹਵਾ ਤੇ ਠੱਕੇ ਦੀ ਵਗਦੀ ਹਵਾ ਨਾਲ ਬੂੰਦਾਬਾਂਦੀ ਹੁੰਦੀ ਆ ਪਿਆਰਿਓ। ਔਰ ਉਸ ਨਾ ਸਾਹਿਬਜ਼ਾਦੇ ਡੋਲੇ ਨਾ ਮਾਂ ਗੁਜਰੀ ਡੋਲੀ। ਮਹਾਰਾਜ ਸਾਹਿਬ ਕਹਿੰਦੇ ਉਹਨਾਂ ਨੂੰ ਇਹ ਬਰਫ਼ ਪਾਉਂਦੀ ਨਹੀਂ। ਪੋਖ ਤੁਖਾਰ ਨਾ ਵਿਆਪਈ, ਇਹ ਪੋਹ ਦੇ ਮਹੀਨੇ ਦੇ ਅੰਦਰ ਪੈਣ ਵਾਲਾ ਕੱਕਰ, ਪੈਣ ਵਾਲੀ ਬਰਫ਼ ਮਹਾਰਾਜ ਸਾਹਿਬ ਮਿਹਰ ਕਰਦੇ ਨੇ ਸਜਣਾ, ਉਹ ਕਦੇ ਨਹੀਂ ਉਹਨਾਂ ਨੂੰ ਵਿਆਪਦੀ ਪੋਂਦੀ ਜਿਨ੍ਹਾਂ ਨੇ ਵੈਗੁਰੂ ਨੂੰ ਸਿਮਰਿਆ, ਕੰਠ ਮਿਲਿਆ ਹਰਿ ਨਾਉ, ਔਰ ਪਰਮਾਤਮਾ ਨੇ ਉਹਨਾਂ ਨੂੰ ਗਲ ਬੱਕੜੀ ਵਿੱਚ ਲੈ ਲਿਆ, ਆਪਣੀ ਗਲ ਬੱਕੜੀ ਵਿੱਚ ਲੈ ਲਿਆ। ਉਹਨਾਂ ਦਾ ਕੁਝ ਆ ਕੇ ਵਿਗਾੜ ਨਹੀਂ ਸਕਦੀ। ਮਹਾਰਾਜ ਸਾਹਿਬ ਕਹਿੰਦੇ ਪਾਲਾ ਤਾਹੂ ਕਛੂ ਨਾ ਵਿਆਪੈ, ਰਾਮ ਨਾਮ ਗੁਣ ਗਾਏ। ਉਹਨਾਂ ਨੂੰ ਪਾਲਾ ਕੁਝ ਨਹੀਂ ਕਹਿੰਦਾ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਦਾ ਨਾਮ ਵਸਦਾ ਹੋਵੇ। ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਉਹਨਾਂ ਨੂੰ ਇਹ ਪੋਹ ਦੇ ਮਹੀਨੇ ਦਾ ਕੱਕਰ ਕੁਛ ਨਹੀਂ ਕਰ ਸਕਦਾ। ਜਿਨ੍ਹਾਂ ਦੇ ਹਿਰਦਿਆਂ ਵਿੱਚ ਨਾਮ ਹੈ ਤੇ ਜਿਹੜੇ ਨਾਮ ਤੋਂ ਹੀਨੇ ਨੇ, ਯਾਦ ਰੱਖਣਾ ਐਸਤਾ ਐਸਤਾ ਟੁੱਟਦੇ ਨੇ, ਟੁੱਟੇ ਹੋਏ ਦਾ ਕੋਈ ਇਲਾਜ ਨਹੀਂ। ਕੋਈ ਬਰਤਨ ਟੁੱਟ ਜਾਵੇ ਔਰ ਤਿੜਕ ਜਾਵੇ ਔਰ ਆਪਾਂ ਕਹਿੰਦੇ ਨੂੰ ਸਿੱਟ ਦੇਵੋ, ਤੇ ਜਿਹੜਾ ਜੀਵ ਰੱਬ ਨਾਲੋਂ ਟੁੱਟ ਜਾਵੇ ਨਾ, ਉਹ ਵੀ ਫਿਰ ਦੂਰ ਬਸੇਂਗੇ ਜਾਏ, ਪਤਾ ਨਹੀਂ ਫਿਰ ਉਹ ਕਿੱਧਰ ਨੂੰ ਜਾਂਦਾ, ਕਿੰਨੀਆਂ ਜੂਨੀਆਂ ਵਿੱਚ ਦੁੱਖਾਂ ਨੂੰ ਝੱਲਦਾ ਹੈ। ਮਹਾਰਾਜ ਸਾਹਿਬ ਕਹਿੰਦੀ ਮਨ ਬੇਦਿਆ ਚਰਨਾਰ ਬਿੰਦ, ਮੇਰੇ ਵੈਗੁਰੂ ਮੇਰਾ ਮਨ ਜਿਹੜਾ ਹੈ ਨਾ ਤੇਰੇ ਚਰਨ ਕਵਲਾਂ ਦੀ ਨੁਮਾ ਨੇ, ਤੇ ਕਵਲ ਦੇ ਉੱਪਰ ਜਿਵੇਂ ਭੌਰਾ ਆ ਕੇ ਬੈਠਦਾ, ਉਹਦਾ ਆਨੰਦ ਮਾਣਦਾ, ਰਸ ਲੈਂਦਾ ਹੈ, ਤੇ ਰਸ ਲੈਂਦਾ ਲੈਂਦਾ ਸੂਰਜ ਛਿਪਦਾ ਹੈ, ਤੇ ਕਵਲ ਦੀ ਪੁਰੀਤੀ ਸੂਰਜ ਨਾਲ ਹੈ, ਸੂਰਜ ਅਸਤ ਹੁੰਦਾ ਹੈ, ਤੇ ਔਰ ਉਹ ਭੌਰਾ ਰਸ ਦਾ ਲੋਭੀ ਆ, ਤੇ ਉਹ ਉੱਡਦਾ ਨਹੀਂ, ਕਵਲ ਆਪਣੀਆਂ ਪੰਖੜੀਆਂ ਨੂੰ ਸੰਕੋਚਦਾ ਹੈ। ਤੇ ਵਿਦਵਾਨ ਸੱਜਣ ਕਹਿੰਦੇ ਕਵਲ ਦੇ ਗੱਭੇ ਨਾ ਵਿਚਾਲੇ ਇੱਕ ਕੰਡਾ ਹੁੰਦਾ ਹੈ, ਭੌਰਾ ਬੈਠਾ ਤੇ ਉਹ ਤੋਂ ਪੰਖੜੀਆਂ ਨੱਪ ਲੈਂਦੀਆਂ ਵਿੱਚੇ, ਥੱਲੇ ਉਹ ਕੰਡਾ ਚੁੱਭਦਾ, ਉਹ ਵਿੱਚੇ ਮਰ ਜਾਂਦਾ, ਉਹਦਾ ਰਸ ਨਹੀਂ ਛੱਡਦਾ। ਮਹਾਰਾਜ ਨੇ ਬਚਨ ਕੀਤੇ ਭਗਰ ਲੋਭੀ ਕੁਸਮ ਬਾਸਕਾ, ਮਿਲ ਆਪ ਬੰਦਾਵੇ, ਆਪਾ ਬਣਾ ਦਿੰਦਾ ਹੈ, ਵਿੰਨ ਲੈਂਦਾ ਆਪਣੇ ਆਪ ਨੂੰ। ਮਹਾਰਾਜ ਮੇਰਾ ਮਨ ਰੂਪੀ ਭੌਰਾ ਤੇਰੇ ਚਰਨਾਂ ਕਮਲਾਂ ਤੇ ਵਿੰਨਿਆ ਹੈ, ਇਹ ਉਡਾਇਆ ਨਹੀਂ ਉੱਡਦਾ, ਇਹ ਮਾਰਿਆਂ ਤੇਰੇ ਤੋਂ ਦੂਰ ਨਹੀਂ ਜਾਂਦਾ, ਦੁੱਖਾਂ ਦਾ ਸਤਾਇਆ ਨਹੀਂ। ਅਸ਼ਰਵਣ ਕੀਤਾ ਨਾ ਪਹਿਲਾਂ ਭਾਈ ਮਤੀ ਦਾਸ ਸਤੀ ਦਾਸ ਦਿਆਲਾ ਜੀ, ਉਹਨਾਂ ਦਾ ਮਨ ਚਰਨਾਂ ਕਮਲਾਂ ਨਾਲ ਵਿੰਨਿਆ ਹੋਇਆ ਹੈ, ਤੇ ਉਹ ਸਾਹਮਣੇ ਗੁਰੂ ਵਾਲਾ ਪਾਸਾ ਨਹੀਂ ਛੱਡਦੇ, ਰਸ ਨਹੀਂ ਛੱਡਦੇ, ਤੇ ਦੋ ਫਾੜ ਕੀਤੇ ਜਾਂਦੇ ਨੇ, ਦੇਗ ਵਿੱਚ ਉਬਾਲੇ ਜਾਂਦੇ, ਰੂਈ ਵਿੱਚ ਸਾੜੇ ਜਾਂਦੇ, ਪਰ ਉਹ ਪੱਤਾ ਜਿਵੇਂ ਟੁੱਟਦਾ ਨਹੀਂ ਨਾ, ਉਹ ਆਪਣੀ ਸੁਰਤ ਤੋੜਦੇ ਨਹੀਂ, ਤੇ ਦਰਦ ਹੁੰਦਾ ਨਹੀਂ। ਇਹ ਟੁੱਟੇ ਹੋਇਆਂ ਦੀਆਂ ਧਾਹਾਂ ਨਿਕਲਦੀਆਂ ਨੇ। ਮਹਾਰਾਜ ਕਹਿੰਦੇ ਅਲ ਮਕਰੰਦ ਚਰਨ ਕਮਲ ਸਿਉ, ਮਨ ਫੇਰ ਫੇਰ ਰੀਝੈ। ਮਹਾਰਾਜ ਮਨ ਮੇਰਾ ਵਾਰ ਵਾਰ ਭੌਰੇ ਦੀ ਨੁਮਾ ਆ ਕਰਕੇ ਤੇਰੇ ਚਰਨਾਂ ਕਮਲਾਂ ਦੇ ਉੱਪਰ ਵਿਜਦਾ, ਬੈਠਦਾ, ਉਥੋਂ ਰਸ ਮਾਣਦਾ ਹੈ। ਹਰ ਚਰਨ ਕਮਲ ਮਨ ਬੇਦਿਆ, ਕਿਛ ਆਨ ਨਾ ਮੀਠਾ ਰਾਮ ਰਾਜੇ। ਮਹਾਰਾਜ ਮੇਰਾ ਮਨ ਤੇਰੇ ਚਰਨਾਂ ਕਮਲਾਂ ਦੇ ਅੰਦਰੋਂ ਰਸ ਮਾਣਦਾ ਹੈ। ਮਨ ਦਾ ਭੌਰਾ, ਇਹਨੂੰ ਕੁਝ ਹੋਰ ਮਿੱਠਾ ਹੀ ਨਹੀਂ ਲੱਗਦਾ। ਮਹਾਰਾਜ ਸਾਹਿਬ ਮਿਹਰ ਕਰਦੇ ਨੇ, ਸੰਸਾਰ ਅੰਦਰ ਆਇਆ ਹੈ, ਮਨ ਵਿੰਨਿਆ ਹੋਇਆ ਮਾਲਕ ਦੇ, ਔਰ ਜਿਹੜਾ ਚਰਨਾਂ ਕਮਲਾਂ ਦੇ ਉੱਪਰ ਉਹਦੀ ਆਰਾਧਨਾ ਕਰ। ਮਹਾਰਾਜ ਸਾਹਿਬ ਕਹਿੰਦੇ ਦਰਸ਼ਨ ਲਗੜਾ ਸਾਹ। ਮਹਾਰਾਜ ਸੱਚੇ ਪਾਤਸ਼ਾਹ
तेरा जिहड़ा दर्शन है ये लगड़ा महाराज ये दर्शन तेरा हो जावे, तेरे दर्शन दे विच असी समो जाइए। जे सानू तेरा दर्शन प्राप्त ना होया महाराज साडा जीवन नहीं, मन बैराग भया दर्शन देखने का चाव, दर्शन प्यासी दिन सरात, चितवो अनदिन नीत, खोल कपट गुर मेलिया, नानक हर संग मीत। दर्शन देख जीवा गुर तेरा, पूरन कर्म होए प्रभ मेरा। ये बेनंती सुन प्रभ मेरे, देह नाम कर अपने चेहरे, अपनी शरण राख प्रभ दाते, गुर प्रसाद किन विरलै जाते। बिनो सुनो बिनो प्रभ मेरे मीता, चरण कवल वसै मेरे चीता। तेरे चरण कवल जेड़े मेरे चित्त विच वस जा, जिवें भवरे नूं कवल नहीं ना भुलदा, मेरे हिरदे च वसन। महाराज दर्शनां दा चाह उत्साह उमाहड़ है। महाराज किरपा कर तेरा दीदार होवे ते आप किरपा करके मेल लाओ। सच्ची सरकार साडे ते किरपा करो। ओट गोविंद गोपाल राय, हे महाराज धरती नूं पालनहारे वैगुरु और गो धरती ते बिंद इहदी रखिया करन वाले मेरे वैगुरु, धरती दी पालना करन वाले मेरे दाता साहिब, धरती दे मालक जी राजा स्वरूप, तेरी ओट तेरा आसरा, तू अपना आसरा दे, सानू तेरा आसरा मिलिया रहे, तेरा आसरा प्राप्त हुंदा रहे। महाराज साहब कहंदे तू मेरो मेर पर्वत स्वामी, ओट गही मैं तेरी, ना तुम डोलो ना हम गिरते, रख लीनी हर मेरी। मेरे वैगुरु मेरी रखवाली तू करदा है, तू डोल नहीं सकदा ते मैं किवें डोल जावांगा, क्योंकि डोलन ते राखो प्रभु नानक दे कर हथ। महाराज कृपा कर तू मेरे ते सिर ते हाथ रख, मैं डोल ना जावा। जिसके सिर ऊपर तू स्वामी, सो दुख कैसा पावै, बोल ना जाने माया मद माता, मरना चीत ना आवे। महाराज कृपा कर सानू डोलन तू बचा। महाराज दे अगे जोदड़ी कीती, साहब कहंदे फिर विख्या पोहे ना सकई, मिल साधु गुण गा। महाराज साहब कहंदे जदों अंदर दी वेदना तड़प प्रार्थना अरदास गुरु चरना विच होई ना, सच्ची सरकार कहंदे उदों विख्या विषे विकार जहर ये तेनू पो नहीं सकणगे, छो नहीं सकणगे, तेरे ऊपर अपना प्रभाव नहीं पा सकणगे। कद किवें प्रभाव नहीं पाउणगे। महाराज साहब कहंदे आ जे तू आ गल मन लवें, मिल साधु गुण गाह, साध संगत विच आवें, साधु जन्नां नाल मिले, गुर सिक्खां नाल मिले, साधना करन वालियां नाल मिले, आराधना करन वालियां नाल मिले, जुड़े होयां नाल मिले, ते महाराज साहब कहंदे तेनू विषे विकार दुराचार बद फैलियां पो नहीं सकणगियां। ये माया जिहड़ी है संसार दी विकारां जहर रूप होके व्यापदी आ, ये तेनू डुला नहीं सकेगी। महाराज कबीर साहब ने बचन कीते, कहन लगे कबीर आई मुझे पै अनक करे कर भेस, कहंदे मेरे कोल भी आई छल रूप होके, अनेकां लबास बना के ले, अनेकां तरह दे भेस धारण करके, कहंदे हम राखे गुर अपने, मैं गुरु गुरु जपदा सा, मेरे गुरु ने कृपा करके मैनू रख लिया। हम राखे गुर अपने उन कीनो आदेश, जेड़े मेरे गुरु ने मेरी रखवाली की ना, मैनू नमस्कार करना है, अरदास करना उहदे चरनां च। ते जदों आई मेरे गुरु दे ज्ञान द्वारा, गुरु दी बख्शिश द्वारा मैनू उहदा पता लग गया। कबीर साहब कहंदे जदों माया ठगनी छलन आई ना, डलाउण वास्ते भगती दे मार्ग तो आई, अपने लालच विच फसाउण वास्ते, कहंदे फिर मैनू पता लग गया, फिर मैनू पता लग गया, फिर उहदा हाल मैं की कीता। कबीर साहब कहंदे फिर नाकों काटी कानों काटी, उहदा नक वढ़ दिता, उहदे कन्न वढ़ दिते, नाकों काटी कानों काटी,
ਕਾਟ ਕੂਟ ਕੇ ਡਾਰੀ ਧੱਕੇ ਮਾਰ ਕੇ ਬਾਹਰ ਕੱਢ ਦਿੱਤੀ। ਕਾਟ ਕੂਟ ਕੇ ਡਾਰੀ, ਕਿਉਂ ਇਹ ਕੁਝ ਕੀਤਾ? ਕਹਿੰਦੇ ਕਹੋ ਕਬੀਰ ਸੰਤਨ ਕੀ ਬੈਰਨ, ਇਹ ਨਾਮ ਜਪਣ ਵਾਲਿਆਂ ਦੀ ਵੈਰਨ ਨੇ। ਇਹ ਮਾਇਆ ਕੱਲੀ ਕਰੰਸੀ ਨੂੰ ਨਾ ਸਮਝ ਲਿਆ ਜੀ, ਜੜ ਚੇਤਨ ਹੈ। ਇਹ ਕਈ ਰੂਪਾਂ ਚ ਆਉਂਦੀ ਹੈ। ਕਈ ਵੇਰ ਇਹ ਪੁੱਤਰ ਰੂਪ ਚ ਆ ਗਈ, ਬੱਚਿਆਂ ਰੂਪ ਚ, ਉਹਨਾਂ ਦੇ ਮੋਹ ਵਿੱਚ ਜੁੜ ਕੇ ਰੱਬ ਦਾ ਘਰ ਚੇਤੇ ਨਾ ਰਿਹਾ। ਕਈ ਵੇਰੇ ਦੌਲਤ ਰੂਪ ਹੋ ਕੇ ਆਉਂਦੀ ਆ। ਦੌਲਤ ਨੂੰ ਬਚਾਉਣ ਲਈ ਰੱਬ ਨੂੰ ਵੀ ਮਨੁੱਖ ਮਾੜੇ ਬੋਲ ਬੋਲਦਾ ਹੈ। ਮਹਾਰਾਜ ਕਹਿੰਦੇ ਉਦੋਂ ਦੌਲਤ ਮਾਇਆ, ਤੇ ਕਈ ਵੇਰ ਪਤਨੀ ਵੀ ਮਾਇਆ ਤੇ ਪਤੀ ਵੀ ਮਾਇਆ। ਜਿਹੜੀ ਚੀਜ਼ ਵਿੱਚ ਚਿੱਤ ਲੱਗ ਕੇ ਮੋਹ ਵਿੱਚ ਫਸ ਕੇ, ਚਾਹੇ ਉਹ ਦੌਲਤ ਹੈ, ਸ਼ੋਹਰਤ ਹੈ, ਬੱਚੇ ਆ, ਕਾਰੋਬਾਰ ਹੈ, ਔਰ ਪਿਆਰਿਓ ਜਿਹਦੇ ਮੋਹ ਵਿੱਚ ਫਸ ਕੇ ਮਾਲਕ ਭੁੱਲ ਜਾਏ ਨਾ, ਉਹ ਮਾਇਆ ਦੇ। ਮਾਇਆ ਬਹੁ ਪ੍ਰਕਾਰੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਪਤਾ ਨਹੀਂ ਕਿਹੜੇ ਰੂਪ ਚ ਡੰਗ ਮਾਰਨਾ ਹੈ। ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਜਿਹੜੇ ਤਿੰਨਾਂ ਲੋਕਾਂ ਦੇ ਜੀਵ ਹੈ ਨਾ, ਪਦਾਰਥਾਵਾਦੀ, ਉਹਨਾਂ ਨੂੰ ਬੜੀ ਪਿਆਰੀ ਲੱਗਦੀ। ਮੈਨੂੰ ਆਹ ਮਿਲ ਜਾਵੇ, ਉਹ ਮਿਲ ਜਾਵੇ, ਵਿਸ਼ੇ ਵੱਧਦੇ ਜਾਂਦੇ ਨੇ। ਤਨ ਚਾਹੀਦਾ ਹੈ, ਉਹ ਤਨ ਮਿਲ ਜਾਵੇ, ਵਿਸ਼ੇ ਭੋਗਣ ਨੂੰ ਉਹ ਤਨ ਮਿਲ ਜਾਵੇ। ਕਿਤੇ ਵੀ ਰੋਕਥਾਮ ਨਹੀਂ। ਕਿਉਂ ਨਹੀਂ? ਬਾਹਰੋਂ ਤਾਂ ਕਈ ਵਾਰ ਦੇਖਣ ਨੂੰ ਮੇਰੀ ਤਰ੍ਹਾਂ ਗੁਰਸਿੱਖ ਲੱਗਦੇ, ਅੰਦਰ ਵਾਸ਼ਨਾਵਾਂ ਭਟਕਦੀਆਂ ਨੇ, ਕਿਉਂਕਿ ਉਹ ਪੱਤੇ ਦੀ ਤਰ੍ਹਾਂ ਅੰਦਰੋਂ ਟੁੱਟ ਚੁੱਕੇ ਨੇ ਰੱਬ ਨਾਲੋਂ। ਜਿਵੇਂ ਪੱਤਾ ਪੀਲਾ ਹੁੰਦਾ ਜਾਂਦਾ ਨਾ, ਉਹ ਅੰਦਰੋਂ ਟੁੱਟਦਾ ਹੈ ਤੇ ਬਾਹਰੋਂ ਸੋਕਾ ਆਉਂਦਾ, ਪਹਿਲਾਂ ਪੀਲਾਪਨ ਪੈਂਦਾ ਹੈ, ਪਰ ਦੇਖਣ ਨੂੰ ਲੱਗਦਾ ਜੁੜਿਆ ਹੋਇਆ ਹੈ, ਪਰ ਜੁੜਿਆ ਨਹੀਂ। ਉਹ ਬਾਹਰੋਂ ਦਿਸਦਾ ਜੁੜਿਆ, ਅੰਦਰੋਂ ਟੁੱਟ ਚੁੱਕਾ ਹੈ। ਜਿਹੜੇ ਸਿੱਖ ਦੇ ਇਹ ਹਾਲਤ ਹੋਣ ਲੱਗ ਪਏ, ਸਮਝ ਲੈਣਾ ਅੰਦਰੋਂ ਟੁੱਟ ਗਿਆ, ਬਾਹਰੋਂ ਜੁੜਿਆ, ਇੱਕ ਦਿਨ ਝੜ ਜਾਏਗਾ। ਤੇ ਪੱਤਾ ਟੁੱਟ ਕੇ ਝੜਿਆ, ਡਿੱਗਦਾ ਕਿੱਥੇ? ਉਹਦਾ ਚੂਰਮਾ ਹੋ ਜਾਂਦਾ, ਗਰਦੇ ਵਿੱਚ ਮਿਲ ਜਾਂਦਾ ਹੈ। ਜਿਹਨਾਂ ਦੇ ਅੰਦਰ ਐਸੀਆਂ ਭਾਵਨਾਵਾਂ ਬਣੀਆਂ, ਉਹ ਟੁੱਟ ਗਏ ਤੇ ਮੁੱਕ ਗਏ, ਖਤਮ ਹੋ ਗਏ। ਮਹਾਰਾਜ ਕਹਿੰਦੇ ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਓ। ਮਹਾਰਾਜ ਸਾਹਿਬ ਕਹਿੰਦੇ ਸਜਣਾ, ਜਿੱਥੋਂ ਇਹ ਸੁਰਤ ਉਪਜੀ, ਪੈਦਾ ਹੋਈ ਪਰਮਾਤਮਾ ਦੇ ਵਿੱਚੋਂ, ਜੀਵਾਤਮਾ ਪੈਦਾ ਹੋਈ, ਸੁਰਤ ਉਥੋਂ ਮਿਲੀ, ਔਰ ਜਿਹੜੀ ਸੀ ਜੀਵਨ ਸ਼ਕਤੀ ਉਥੋਂ ਮਿਲੀ। ਜੇ ਉਹਦੇ ਵਿੱਚ ਹੀ ਜਾ ਕੇ ਸਮਾ ਜਾਵੇ, ਯਤਨ ਕਰ, ਜਿੱਥੋਂ ਇਹ ਜੀਵਾਤਮਾ ਆਇਆ ਹੈ ਨਾ, ਉਹ ਮਾਲਕ ਦੇ ਵਿੱਚ ਮਿਲ ਜਾਵੇ। ਮਿਲੇਗਾ ਉਦੋਂ ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਫਰਕ ਪਾਉਣ ਵਾਲੀ ਦੁਬਦਾ ਜਿੱਦਣ ਅੰਦਰੋਂ ਖਤਮ ਕਰਤੀ ਨਾ, ਉਦਣ ਮਾਲਕ ਨਾਲ ਇਹ ਮਿਲ ਜਾਵੇਗਾ, ਇਹਦੀ ਸੁਰਤ ਮਿਲ ਜਾਏਗੀ। ਜਿੱਦਣ ਪਦਾਰਥ ਸੁਰਤ ਚੋਂ ਦੂਰ ਹੋਏ, ਵਿਕਾਰ ਸੁਰਤ ਚੋਂ ਦੂਰ ਹੋਏ, ਉਦਣ ਪਰਮਾਰਥ ਆ ਜਾਵੇਗਾ। ਜਿੱਦਣ ਵਿਕਾਰ ਗਏ, ਉਦਣ ਨਿਰੰਕਾਰ ਸੁਰਤ ਵਿੱਚ ਆ ਜਾਵੇਗਾ। ਜਿੰਨਾ ਚਿਰ ਨਿਰੰਕਾਰ ਦੂਰ ਹੈ, ਉਹਨਾਂ ਚਿਰ ਵਿਕਾਰ ਅੰਦਰ ਖਲਦਲੀ ਮਚਾਉਣਗੇ। ਮਹਾਰਾਜ ਸਾਹਿਬ ਕਹਿੰਦੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ, ਸੱਚੀ ਪ੍ਰੀਤ ਸਮਾਓ। ਸੱਚੇ ਦੀ ਪ੍ਰੀਤ ਹੋਵੇ। ਝੂਠੀਆਂ ਪ੍ਰੀਤਾਂ ਬੜੀਆਂ ਨੇ, ਬੜੇ ਇੱਕ ਦੂਜੇ ਨਾਲ ਵਾਅਦੇ ਨੇ ਜੀ, ਮੈਂ ਤੇਰੇ ਬਿਨਾਂ ਮਰ ਜਾਊਂਗਾ, ਆਹ ਹੋ ਜਾਊਂਗਾ, ਪਤਾ ਨਹੀਂ 2900 ਮਰਿਆ ਇਹੋ ਜਿਹੇ ਪਿਆਰਾਂ ਦੇ ਵਿੱਚ, ਤੇ ਤੂੰ ਵੀ ਮਰਨਾ ਹੀ ਹੈ। ਜਦੋਂ ਇਹੋ ਜਿਹੇ ਕੋਈ ਕਰਮ ਕਰੇਗਾ, ਬਚੇਗਾ ਥੋੜਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੱਚੇ ਦੀ ਪ੍ਰੀਤ ਹੋਵੇ, ਉਹਦੇ ਵਿੱਚ ਸਮਾ ਜਾਵੇਂ, ਮਿਲ ਜਾਵੇਂ, ਇੱਕ ਮੇਕਤਾ ਹਾਸਲ ਕਰ ਲਵੇਂ। ਤੇ ਜਦੋਂ ਤੂੰ ਸੱਚੇ ਦੇ ਨਾਲ ਸੁਰਤ ਜੋੜੀ ਨਾ, ਫਿਰ ਕਰ ਗਹਿ ਲੀਨੀ ਪਾਰ ਬ੍ਰਹਮ। ਕਰ ਮੈਨਾ ਹੁੰਦਾ ਹੱਥ ਬਾਂਹ, ਤੇ ਗਹਿ ਮੈਨਾ ਹੁੰਦਾ ਪਕੜਨੀ। ਕਹਿੰਦੇ ਤੇਰੀ ਬਾਂਹ, ਤੇਰਾ ਹੱਥ ਸੰਸਾਰ ਵਿੱਚ ਰਹਿੰਦੇ ਦਾ ਪਾਰ ਬ੍ਰਹਮ ਪ੍ਰਭੂ ਪਕੜ ਲਵੇਗਾ। ਜੇ ਤੂੰ ਸੁਰਤ ਜੋੜੇ ਨਾ, ਸਿਮਰਨ ਕਰੇ, ਵਿੱਚ ਆਪਣੇ ਅੰਦਰੋਂ ਦੁਰਾਚਾਰ, ਈਰਖਾ, ਦਵੈਤ, ਨਿੰਦਿਆ, ਚੁਗਲੀ, ਬਦ ਫੈਲੀਆਂ, ਨਿਸ਼ਰਦਕ ਪੰਤਾ ਦੂਰ ਕਰ ਦੇਵੇਂ, ਮਹਾਰਾਜ ਕਹਿੰਦੇ ਤੇਰੀ ਬਾਂਹ ਰੱਬ ਪਕੜ ਲਵੇਗਾ। ਮਹਾਰਾਜ ਕਹਿੰਦੇ ਇਸ ਮਹੀਨੇ ਦੇ ਵਿੱਚ ਇਹ ਕੁਝ ਕਰੀ ਜਿਹੜਾ ਸਾਨੂੰ ਦੱਸ ਰਹੇ ਨੇ,
ਕਰਨ ਨੂੰ ਕਹਿ ਰਹੇ। ਜੇ ਰੱਬ ਨੂੰ ਮਿਲਣਾ ਤਾਂ ਇਹ ਪੋਹ ਸੁੱਖਾਂ ਵਾਲਾ ਹੋਣਾ, ਤਾਂ ਇਹ ਕਠਿਨਤਾ ਨਹੀਂ ਆਉਣੀ, ਤਾਂ ਇਹ ਕਠੋਰਤਾ ਨਹੀਂ ਆਉਣੀ। ਮਹਾਰਾਜ ਕਹਿੰਦੇ ਕਰ ਗਏ ਲੀਨੀ ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ ਪਰੇ ਸ਼ੁੱਧ ਬ੍ਰਹਮ ਵੈਗੁਰੂ ਨੇ ਬਾਂਹ ਪਕੜ ਲਈ। ਤੇ ਜਿੱਦਣ ਮੇਰੇ ਵੈਗੁਰੂ ਨੇ ਬਾਂਹ ਪਕੜ ਲਈ ਨਾ, ਫਿਰ ਬੌੜ ਨਾ ਵਿਛੁੜਿਆ। ਮਹਾਰਾਜ ਕਹਿੰਦੇ ਫਿਰ ਪਰਤ ਕੇ ਵਿਛੋੜਾ ਨਹੀਂ ਹੋਵੇਗਾ, ਫਿਰ ਉਹਦੇ ਨਾਲ ਮਿਲਾਪ ਹੋਏਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਗੁਣ ਹੋਵੇ ਗੰਠੁੜੀਐ ਮਿਲੇਗਾ ਸੋਈ, ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ। ਜੇ ਇੱਕ ਵਾਰੀ ਮਿਲ ਗਿਆ ਨਾ ਜਿਹਨੂੰ, ਫਿਰ ਵਿਛੋੜਾ ਨਹੀਂ ਹੁੰਦਾ। ਮਹਾਰਾਜ ਸਾਹਿਬ ਕਹਿੰਦੇ ਉਹ ਅੰਦਰੋਂ ਵੱਧਦਾ ਜਾਂਦਾ ਹੈ, ਅੰਦਰੋਂ ਜੁੜਦਾ ਜਾਂਦਾ ਹੈ, ਟੁੱਟਦਾ ਨਹੀਂ। ਟੁੱਟਣ ਵਾਲੇ ਤੇ ਮਾਯੂਸੀ ਆਵੇਗੀ, ਜੁੜਨ ਵਾਲੇ ਤੇ ਔਰ ਜਿਹੜਾ ਖੜਾਵ ਆਵੇਗਾ। ਮਹਾਰਾਜ ਸਾਹਿਬ ਕਹਿੰਦੇ ਫਿਰ ਨਜ਼ਰੀਆ ਕੀ ਬਣਦਾ ਹੈ, ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ ਆਤਮ ਪਸਾਰਾ ਕਰਨ ਹਾਰਾ। ਔਰ ਮਹਾਰਾਜ ਸਾਹਿਬ ਕਹਿੰਦੇ ਉਹ ਪਰਮਾਤਮਾ ਤੋਂ ਬਗੈਰ ਦੂਜਾ ਨਹੀਂ ਕੋਈ ਮੰਨਦਾ, ਰੱਬ ਇੱਕ ਆ। ਮਹਾਰਾਜ ਸਾਹਿਬ ਕਹਿੰਦੇ ਫਿਰ ਸੁਰਤ ਵੱਖ ਨਹੀਂ ਹੋਏਗੀ। ਔਰ ਮਹਾਰਾਜ ਮੇਰ ਕਰਦੇ ਨੇ ਬ੍ਰਹਮ ਹੈ ਬ੍ਰਹਮ ਮਿਲਿਆ, ਕੋਈ ਨਾ ਸਕੈ ਭਿੰਨ ਕਰ ਬਲਰਾਮ ਜੀਓ। ਕੋਈ ਉਹਨੂੰ ਸੁਰਤ ਨੂੰ ਪਰਮਾਤਮਾ ਨਾਲੋਂ ਵੱਖਰਾ ਨਹੀਂ ਕਰ ਸਕੇਗਾ। ਬਾਹਰ ਜਾਉ ਲੱਖ ਬੇਰੀਆ ਹਰ ਸੱਜਣ ਅਗਮ ਅਗਾਹ। ਮਹਾਰਾਜ ਕਹਿੰਦੇ ਐਸਾ ਜਿਹੜਾ ਸੱਜਣ ਹੈ ਨਾ, ਪਰਿਪੂਰਨ ਪਰਮਾਤਮਾ, ਉਹਦੇ ਤੋਂ ਮੈਂ ਬਾਹਰ ਨੇ ਬੁਲਿਹਾਰ ਨੇ ਲੱਖ ਬਰੀਆ, ਮੈਂ ਲੱਖਾਂ ਵੇਰੀ ਕੁਰਬਾਨ ਜਾਵਾਂ। ਉਹ ਸੱਜਣ ਜਿਹੜਾ ਗਮਤਾ ਤੋਂ ਪਰੇ ਤੇ ਜਿਹੜਾ ਆਗਾਧ ਬੋਧ ਹੈ, ਜਿਹਦਾ ਇੰਨਾ ਗਹਿਰਾ ਹੈ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਬੇਅੰਤ ਪਰਮਾਤਮਾ ਹੈ। ਮਹਾਰਾਜ ਕਹਿੰਦੇ ਸਰਨ ਪਈ ਨਾਰਾਇਣੇ ਨਾਨਕ ਦਰ ਪਈ ਆਓ। ਮਹਾਰਾਜ ਕਹਿੰਦੇ ਉਹਦੇ ਅੱਗੇ ਤਰਲਾ ਲੈ ਕਿ ਸਰਨ ਪਰੇ ਕੀ ਰਾਖ ਦਇਆਲਾ, ਨਾਨਕ ਤੁਮਰੇ ਬਲ ਗੋਪਾਲਾ। ਜੋ ਸਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਦ ਸੁਆਮੀ ਸੰਧਾ। ਔਰ ਜਿਹੜਾ ਸਰਨ ਆ ਜਾਂਦਾ ਹੈ ਉਹਦੇ ਤੇ ਪ੍ਰਭੂ ਕਿਰਪਾ ਕਰਦਾ ਹੈ, ਉਹਦੇ ਭੈ ਨੂੰ ਮਟਾ ਦਿੰਦਾ ਹੈ। ਮਹਾਰਾਜ ਨੇ ਜੋ ਬਚਨ ਕਹੇ, ਭਾਈ ਸਾਹਿਬ ਗੁਰਦਾਸ ਜੀ ਨੇ ਵੀ ਬਚਨ ਕਹੇ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਤੁਰਤਾ ਸਹੀ। ਗੁਰੂ ਤੇਰੇ ਵੱਲੇ ਆਏਗਾ। ਜੇ ਪ੍ਰਭੂ ਦੀ ਸ਼ਰਨ ਆ ਜਾਵੇਂ ਤੇ ਫਿਰ ਮੇਰਾ ਸਾਹਿਬ ਕਹਿੰਦਾ ਹੈ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁਖ ਬਿਨਸੇ ਸੁਖ ਪਾਇਆ, ਦਇਆਲ ਹੁਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਪੂਰੇ ਨੂੰ ਧਿਆਇਆ ਜਿਨੇ, ਮਹਾਰਾਜ ਕਹਿੰਦੇ ਉਹਦੀ ਸ਼ਰਨ ਪੈ ਗਏ। ਕਿਹਦੀ? ਨਾ ਪਲਸ ਰਹੇ ਨੇ, ਜਿਹਦੇ ਵਿੱਚ ਔਰ ਅਵਿਦਿਆ ਰੂਪੀ ਰਾਤ ਆਉਂਦੀ ਨਹੀਂ, ਹਨੇਰਾ। ਔਰ ਜਿਹਦੇ ਹਿਰਦੇ ਚ ਆਉਣ ਦੇ ਨਾਲ ਔਰ ਹਿਰਦੇ ਦੇ ਵਿੱਚ ਹਨੇਰਾ ਵਿਆਪਦਾ ਹੀ ਨਹੀਂ। ਮਹਾਰਾਜ ਕਹਿੰਦੇ ਉਹ ਪ੍ਰਭੂ ਜਿਹੜਾ ਨਰਾਂ ਨਰਾਂ ਦੇ ਅੰਦਰ ਆਪਣਾ ਘਰ ਬਣਾ ਕੇ ਬੈਠਾ ਹੈ, ਉਹ ਪ੍ਰਭੂ ਦੀ ਸ਼ਰਨ ਪੈ, ਨਾਨਕ ਦਰ ਪਈ ਆਹੋ। ਮਹਾਰਾਜ ਕਹਿੰਦੇ ਉਹਦੇ ਦਰ ਤੇ ਆ, ਪ੍ਰਵਾਨ ਹੋ। ਮਹਾਰਾਜ ਸਾਹਿਬ ਨੇ ਬਚਨ ਕਹੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਕਿ ਮੇਰੇ ਦਾਤਾ ਸਗਲ ਦੁਆਰ ਕੋ ਛੱਡ ਕੇ ਸਾਰੇ ਦਰ ਛੱਡ ਦਿੱਤੇ, ਦਰ ਪਈ ਆਹੋ। ਔਰ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ। ਮਹਾਰਾਜ ਜੇ ਬਾਹ ਪਕੜੀ ਹੂੰ ਤਾਂ ਸਾਡੀ ਲਾਜ ਰੱਖ, ਬਾਹੇ ਗਹੇ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ, ਮਹਾਰਾਜ ਸਾਡੇ ਤੇ ਕਿਰਪਾ ਕਰ, ਤੇਰੀ ਸ਼ਰਨ ਵਿੱਚ ਆਏ ਹਾਂ, ਸਾਡੀ ਰੱਖਿਆ ਕਰ। ਮਹਾਰਾਜ ਸੱਚੀ ਸਰਕਾਰ ਕਿਰਪਾ ਦੇ ਘਰ ਵਿੱਚ ਆਏ ਤੇ ਖੀਰਲੀਆਂ ਤੁਕਾਂ ਵਿੱਚ ਕਹਿੰਦੇ ਨੇ, ਪੋਖ ਸੁਹੰਦਾ ਸਰਬ ਸੁਖ, ਜਿਨੇ ਇਹ ਸਭ ਕੁਝ ਕਮਾ ਲੈਣਾ ਕੀਤਾ, ਜਿੰਨਾ ਆਪਾਂ ਵਾਚਿਆ ਪੜ੍ਹਿਆ ਸੁਣਿਆ। ਮਹਾਰਾਜ ਕਹਿੰਦੇ ਜਿਨੇ ਸਭ ਕੁਝ ਜੀਵਨ ਵਿੱਚ ਕਮਾ ਲਿਆ ਤੇ ਸੁਰਤ ਨੂੰ ਜੋੜ ਲਿਆ। ਔਰ ਮਹਾਰਾਜ ਸਾਹਿਬ ਕਹਿੰਦੇ ਪੋਖ ਸੁਹੰਦਾ, ਪੋਹ ਦਾ ਮਹੀਨਾ ਉਹਦੇ ਲਈ ਸੁਹਾਵਣਾ ਜੇ, ਸੋਭਾ ਵਾਲਾ ਜੇ, ਉਹਨੂੰ ਸੁਖਦਾਇਕ ਹੋਣਾ ਹੈ। ਜਿਹੜਾ ਗੁਰੂ ਨਾਲ ਜੁੜ ਗਿਆ, ਗੁਰੂ ਦੇ ਮਾਰਗ ਤੇ ਤੁਰ ਪਿਆ, ਜਿਸ ਬਖਸ਼ੈ ਵੇ ਪ੍ਰਵਾਹ,
और कृपा उत्ते हुंदी जे वो जिन्हों मेरा परमात्मा वे परवाह, जिन्हों परवाह कनौड़ किसे दी नहीं, जिन्हों वो बख्श देवे, जिसनों बख्श लै मेरे प्यारे सो जस तेरा गावै, ओदा जस गायन करदा है। सच्ची सरकार कहंदे ने भलिओ ये संगत जी शरीर भी जेड़ा महीना मास दा लोथड़ा है ते ये ना होइए कि आए ते मत्था टेकिया दवा दव चले गए। उपदेश नूं सुन के साडे घरां च साडे जीवन च सुख किवें आउणा है। ये धंधे भी बाहर दे करने आ पर धर्म नूं कमाउणा अति जरूरी है। जदों घरां विच साडे बंदगी इबादत बाणी उतर आई ना ते बाणी दे नाल जीवन विचों दुख नाश होने आ, बाणी दे नाल ही साडे घरां चों टब्बरां चों दुख नाश होने। महाराज साहब कहते ना दुख रोग संताप उतरे कादे नाल? सुनी सच्ची बाणी। ना तां असीं सुनी ना असीं पढ़ी ते दसो दूर कादे ना होवन। घरां विच बाणी दा माहौल बनाइए सारा दिन नहीं ते कम से कम 2 टाइम तां बाणी घर च चले ना। 2 वक्त जिवें भोजन करना जरूरी है ना स्वस्थ रहन वास्ते, और प्यारिओ 2 वक्त भजन करना भी जरूरी आ आत्मक तौर पर स्वस्थ रहन वास्ते। वैसे तो असीं सारी दिहाड़ी खांदे ही रहने, मूँह चलदा ही रहिंदा ते किते मूँह बाणी नूं भी चलदा ही रहे। जदों चेता आ जाए 5 वेरी 10 वेरी 50 वेरी वाहिगुरू वाहिगुरू करो, वाहिगुरू दा शुकराना अदा करो, वाहिगुरू तेरी कृपा, वो सानू हिरदे घर विच भी चेते रवे ते बाहरले घरां विच भी फिर साडा आया होया सफला ते साडे घरां विच सुख बनना, जीवन विच सुख बनना है। सतगुरु गरीब नवाज कृपा करन, सानू सारियां नू समत दा दान बख्शिश करन, साडा आया होया सफला हो सके। बेअंत भुल्लां दी खिमा करिया जे। सतगुरु गरीब नवाज दे बचन जान के हिरदियां च वसावने ते साडे घरां विच जीवनां विच सुख बन आवे। दास नू आप गुरु की संगत दे दर दा, गुरु गोबिंद सिंह महाराज दे दर दा कुकर जान के बेअंत भुल्लां दी खिमा करनी। आओ जुड़ मिल साहब दे चरनां च अरदास करिए, सतगुरु साडे ते मेहर करन। इन्नियां बेनतियां प्रवान। वाहिगुरू जी का खालसा वाहिगुरू जी की फतेह।